ਟੋਰਾਂਟੋ ਦਾ ਇਲਾਕੇ ਦੇ ਵਿੱਚ ਜਿਹੜਾ ਸਾਡਾ ਨੰਬਰ ਆਉਂਦਾ ਜੀ ਉਹ ਕਾਫੀ ਉੱਤੇ ਆਉਂਦਾ ਹੈ ਕਿ ਇਹ ਵਾਕਈ ਇਹ ਗੁਬਾਰਾ ਫਟ ਸਕਦਾ ਹੈ। ਰੈਸਟੋਰੈਂਟ, ਟੂਰਿਜ਼ਮ, ਐਰੋ ਇੰਡਸਟਰੀ ਜਿਹੜੀਆਂ ਕਿ ਟੋਟਲ ਜਾਂ ਜਿਹੜੀਆਂ ਸਪੋਰਟਸ ਇੰਡਸਟਰੀ ਸੀ ਉਹ ਟੋਟਲ ਮਤਲਬ ਡਿਬੈਕਲ ਬੈਂਕਰਪਸੀ ਵੱਲ ਕਈ ਇੰਡਸਟਰੀਆਂ ਚਲੇ ਗਈਆਂ ਨੇ। ਸਟਾਰਟਾਕ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਸਿਮਰਤ ਗਰੇਵਾਲ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਇੱਕ ਵਾਰ ਫਿਰ ਤੁਹਾਡੇ ਲਈ ਨਵਾਂ ਸ਼ੋਅ ਲੈ ਕੇ ਹਾਜ਼ਰ ਹਾਂ ਸਟਾਰਟਾਕ। ਅੱਜ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਮੇਜਰ ਸਿੰਘ ਨਾਗਰਾ, ਜਿਹੜੇ ਕਿ ਰੀਅਲ ਸਟੇਟ ਬ੍ਰੋਕਰ ਨੇ ਅਤੇ ਕਾਫੀ ਲੰਮਾ ਤਜਰਬਾ ਰੱਖਦੇ ਨੇ ਰੀਅਲ ਸਟੇਟ ਦੇ ਵਿੱਚ ਵੀ। ਅੱਜ ਕਿਉਂਕਿ ਇਹਨਾਂ ਨੂੰ ਤਾਂ ਹੀ ਸੱਦਿਆ ਸਟੂਡੀਓ ਵਿੱਚ, ਜੋ ਤੁਸੀਂ ਵੀ ਜਾਣਦੇ ਹੋ ਵੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿਹੜੀ ਚਰਚਾ ਚੱਲ ਰਹੀ ਹੈ ਰੀਅਲ ਸਟੇਟ ਦੇ ਵਿੱਚ ਕਿ ਰੀਅਲ ਸਟੇਟ ਬਬਲ ਕਾਫੀ ਵੱਡਾ ਹੁੰਦਾ ਜਾ ਰਿਹਾ, ਵੀ ਕਦੋਂ ਫਟੇਗਾ, ਕੀ ਫਟੇਗਾ ਵੀ ਜਾਂ ਨਹੀਂ ਫਟੇਗਾ। ਸੋ ਰੀਅਲ ਸਟੇਟ ਦੇ ਵਿੱਚ ਕੀ ਕੁਝ ਹੋ ਰਿਹਾ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਕਰਦੇ ਹਾਂ ਨਾਗਰਾ ਸਾਹਿਬ ਦਾ ਸਵਾਗਤ ਜੀ। ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ, ਔਰ ਸਾਰੇ ਹੀ ਜਿਹੜੇ ਸਾਡੇ ਪ੍ਰੋਗਰਾਮ ਵੇਖ ਰਹੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਤੁਹਾਡਾ ਧੰਨਵਾਦ, ਤੁਸੀਂ ਆਪਣੇ ਬਿਜ਼ੀ ਸਕੇਜੂਲ 'ਚੋਂ ਟਾਈਮ ਕੱਢਿਆ। ਪਹਿਲੀ ਵਾਰੀ ਆਪਾਂ ਇਹ ਸ਼ੋਅ ਕਰ ਰਹੇ ਹਾਂ ਅੱਜ। ਬਿਲਕੁਲ ਜੀ। ਅਤੇ ਕਿਉਂਕਿ ਜਿਵੇਂ ਮੈਂ ਗੱਲ ਕੀਤੀ ਹੈ ਵੀ ਤੁਸੀਂ ਕਾਫੀ ਲੰਮਾ ਸਮਾਂ ਹੋ ਗਿਆ ਰੀਅਲ ਸਟੇਟ ਦੇ ਵਿੱਚ, ਤੁਸੀਂ ਕਾਫੀ ਤਜਰਬਾ ਰੱਖਦੇ ਹੋ ਰੀਅਲ ਸਟੇਟ ਦੇ ਵਿੱਚ। ਤੁਸੀਂ ਕਾਫੀ ਲੰਬੇ ਸਮੇਂ ਤੋਂ ਅਲੱਗ-ਅਲੱਗ ਜਿਹੜੇ ਏਰੀਏ ਨੇ ਉਹਨਾਂ ਦੇ ਵਿੱਚ ਤੁਸੀਂ ਕੰਮ ਕੀਤਾ ਜੀ। ਸੋ ਪਿਛਲੇ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਤੋਂ ਜਿਹੜੀ ਗੱਲ ਚੱਲ ਰਹੀ ਆ ਰੀਅਲ ਸਟੇਟ ਦੇ ਵਿੱਚ ਬਬਲ ਦੀ, ਕਿ ਕੈਨੇਡਾ ਦੇ ਵਿੱਚ ਜਿਹੜਾ ਰੀਅਲ ਸਟੇਟ ਬਬਲ ਹੈ ਕਾਫੀ ਵੱਡਾ ਹੁੰਦਾ ਜਾ ਰਿਹਾ ਜੀ। ਅਲੱਗ-ਅਲੱਗ ਜਿਹੜੀਆਂ ਇੰਸਟੀਟਿਊਸ਼ਨਸ ਨੇ ਉਹਨਾਂ ਦੀਆਂ ਰਿਪੋਰਟਸ ਨੇ। ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਇਹਦੇ ਬਾਰੇ ਮਾੜਾ ਜਿਹਾ ਦੱਸੋ ਆਪਣੇ ਸਰੋਤਿਆਂ ਨੂੰ ਕਿ ਵਾਕਈ ਬਬਲ ਵੱਡਾ ਹੋ ਗਿਆ ਜੀ। ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਉਹ ਬਬਲ ਗੁਬਾਰਾ ਭੁਕਾਨਾ ਹੈ ਕੀ ਹੈ। ਉਹ ਭੁਕਾਨਾ ਸੱਚੀ ਕੋਈ ਭੁਕਾਨਾ ਨਹੀਂ ਵੀ ਹਵਾ ਭਰੀ ਜਾ ਰਹੀ ਤਾਂ ਵੱਡਾ ਹੋ ਰਿਹਾ। ਵਾਕਈ ਇਹ ਜਿਹੜਾ ਭੁਕਾਨਾ ਹੁੰਦਾ ਜੀ, ਇਹ ਗੁਬਾਰਾ ਜਿਹੜਾ ਹੈ ਬੈਲੂਨ ਹੁੰਦਾ। ਇਹ ਬੈਲੂਨ ਦਾ ਮਤਲਬ ਹੈ ਰੀਅਲ ਸਟੇਟ ਦਾ ਪੋਰਟਫੋਲੀਓ, ਐਜ਼ ਸੱਚ ਰੀਅਲ ਸਟੇਟ ਦੀਆਂ ਕੀਮਤਾਂ। ਤੇ ਰੀਅਲ ਸਟੇਟ ਦੇ ਵਿੱਚ ਵੀ ਕੀਮਤਾਂ ਜਦੋਂ ਗੱਲ ਆਉਂਦੀ ਤਾਂ ਕਿਉਂਕਿ ਆਮ ਲੋਕਾਂ ਨੂੰ ਸਮਝਾਉਣ ਦੀ ਗੱਲ ਹੋ ਰਹੀ ਹੈ ਤਾਂ ਆਮ ਲੋਕਾਂ ਦੇ ਲਈ ਸਿਰਫ ਰੈਜ਼ੀਡੈਂਸ਼ੀਅਲ ਮੇਨ ਹੁੰਦਾ ਜੀ। ਸੋ ਰੈਜ਼ੀਡੈਂਸ਼ੀਅਲ ਦਾ ਭਾਵ ਹੈ ਘਰ, ਚਾਹੇ ਉਹ ਤੁਹਾਡਾ ਸੈਮੀ ਹੈ, ਚਾਹੇ ਡਿਟੈਚ ਹੈ, ਜਾਂ ਤੁਹਾਡਾ ਉਹ ਕਾਂਡੋ ਟਾਊਨ, ਕੁਛ ਵੀ ਘਰ ਹੈ, ਉਸ ਦੀਆਂ ਕੀਮਤਾਂ ਦੇ ਵਿੱਚ ਇੱਕ ਸਮੇਂ ਦੇ ਦੌਰਾਨ, ਇੱਕ A ਪੀਰੀਅਡ ਤੋਂ ਲੈ ਕੇ B ਪੀਰੀਅਡ ਦੇ ਦੌਰਾਨ ਵਾਧਾ ਜਿਹੜਾ ਹੁੰਦਾ ਜੀ, ਉਹ ਵਾਧੇ ਨੂੰ ਜੇਕਰ ਉਹ ਲੋੜ ਨਾਲੋਂ ਵੱਧ ਜਾਂ ਉਹ ਇਹ ਕਹਿ ਲਓ ਕਿ ਅੰਦਾਜ਼ਿਆਂ ਨਾਲੋਂ ਵੱਧ ਹੋ ਰਿਹਾ ਹੋਵੇ ਤਾਂ ਉਸ ਨੂੰ ਇੱਕ ਬਬਲ ਦਾ ਰੂਪ, ਇੱਕ ਸਿੰਬੋਲਿਕ ਰੂਪ, ਸੰਕੇਤਕ ਰੂਪ ਦੇ ਵਿੱਚ ਇਹ ਕਿਹਾ ਜਾਂਦਾ ਕਿ ਬਬਲ ਜਿਹੜਾ ਉਹ ਵੱਡਾ ਹੋ ਰਿਹਾ ਜੀ। ਸੋ ਮੈਂ ਇਹਦਾ ਇੱਕ ਛੋਟਾ ਜਿਹਾ ਐਗਜ਼ਾਮਪਲ ਗਰੇਵਾਲ ਸਾਹਿਬ ਦੇਣਾ ਚਾਹਾਂਗਾ ਕਿ ਸਾਲ 2000 ਤੋਂ ਲੈ ਲਈ ਆਪਾਂ ਪਿਛਲੇ 20 ਸਾਲ ਦੀ ਜੇਕਰ ਸਫ਼ਰ ਦੀ ਗੱਲ ਕਰੀਏ, ਸਾਡੇ ਬਹੁਤ ਸਾਰੇ ਦਰਸ਼ਕ ਹੋਣਗੇ ਜਿਹੜੇ ਇੰਨੇ ਸਮੇਂ ਤੋਂ ਇੱਥੇ ਰਹਿ ਰਹੇ ਹੋਣਗੇ। ਸੋ ਉਹ ਜੇਕਰ ਆਪਾਂ ਗੱਲ ਕਰੀਏ ਜੀ, ਉਹਦੇ ਵਿੱਚ ਆਪਾਂ ਦੇਖਿਆ ਕਿ ਅੱਜ ਤੋਂ 20 ਸਾਲ ਪਹਿਲਾਂ ਜਿਹੜਾ ਇੱਕ ਐਵਰੇਜ ਘਰ ਦੀ ਪ੍ਰਾਈਸ ਹੁੰਦੀ ਸੀ, ਵਧੀਆ ਘਰ ਦੀ ਪ੍ਰਾਈਸ, 4 ਬੈਡਰੂਮ ਡਿਟੈਚ ਘਰ ਦੀ ਪ੍ਰਾਈਸ ਉਹ $2.5 ਲੱਖ ਮੈਕਸਿਮਮ ਹੁੰਦੀ ਸੀ, ਔਰ ਬੜਾ ਅੱਛਾ ਘਰ ਆ ਜਾਂਦਾ ਸੀਗਾ। ਤੇ ਅੱਜ 4 ਬੈਡਰੂਮ ਦਾ 2500-2600 ਸਕੁਅਰ ਫੀਟ ਦਾ ਘਰ ਸਾਡੇ ਦਰਸ਼ਕ ਚੰਗੀ ਤਰ੍ਹਾਂ ਜਾਣਦੇ ਹੋਣਗੇ, ਔਰ ਅਸੀਂ ਰੋਜ਼ ਇਸ ਦਾ ਵਾਵਸਤਾ ਹੁੰਦਾ ਤੁਹਾਡਾ ਵੀ ਰੀਅਲ ਸਟੇਟ ਦੇ ਨਾਲ, ਕਿ ਉਹ ਜਿਹੜਾ $1 ਮਿਲੀਅਨ ਨੂੰ ਕ੍ਰਾਸ ਕਰ ਗਿਆ ਜੀ। ਸਾਲ 20 ਕੀਮਤ $1 ਮਿਲੀਅਨ। ਹੁਣ ਤੁਸੀਂ ਉਹਨੂੰ ਜੇਕਰ ਆਪਾਂ ਬਾਈਫਰਕੇਟ ਕਰਕੇ ਦੇਖੀਏ ਕਿ ਕਿੰਨੀ ਕੀਮਤ 'ਚ ਵਾਧਾ ਹੈ ਜੀ, ਇਹ ਤੁਸੀਂ ਆਪੇ ਵੱਧ ਗਈ ਹੈ। ਇਹ 337% ਦੀ ਪ੍ਰਾਈਸ ਦੇ ਵਿੱਚ ਇਨਕਰੀਜ਼ ਹੋਈ ਹੈ ਜੀ ਪਿਛਲੇ 20 ਸਾਲਾਂ ਦੇ ਵਿੱਚ, 18 ਤੋਂ 20 ਸਾਲਾਂ ਦੇ ਵਿੱਚ। ਜਿਹੜੀ ਕਿ ਜੇ ਤੁਹਾਡੀ ਕੀਮਤ, ਜਿਹੜੀ ਤੁਹਾਡੀ ਜੌਬ ਦੀ ਗੱਲ ਕਰੀਏ ਜਾਂ ਬਾਕੀ ਫੈਕਟਰਸ ਦੀ ਗੱਲ ਕਰੀਏ, ਉਹਨਾਂ ਦੇ ਵਿੱਚ ਕਿੰਨਾ ਕੁ ਵਾਧਾ ਹੁੰਦਾ ਉਹ ਸਾਡੇ ਸਾਰੇ ਸਾਹਮਣੇ ਜਿਹੜੀ ਕੰਪੈਰੀਬਲ ਉਸ ਹਿਸਾਬ ਨਾਲ ਨਹੀਂਗਾ। ਸੋ ਇਹ ਬਬਲ ਹੈ ਜੀ। ਜਿਹੜਾ 2.5 ਲੱਖ ਦੀ ਕੀਮਤ ਦਾ ਘਰ ਇੱਕ ਗ੍ਰੈਜੂਅਲ ਇਨਕਰੀਜ਼ ਹੁੰਦੀ ਹੈ, ਉਹ ਠੀਕ ਹੈ, ਲੇਕਿਨ ਜਿਹੜੀ ਉਹਦੀ ਇੱਕ ਮਨਾਮੋਹੀ ਇਨਕਰੀਜ਼ ਹੋ ਜਾਣੀ, ਦੈਟ ਇਜ਼ ਬਬਲ। ਉਹ ਬਬਲ ਦੇ ਵਿੱਚੋਂ ਹੁਣ ਹਵਾ ਨਿਕਲਣੀ ਜਾਂ ਇਹਦਾ ਫਟਣਾ ਜਿਹੜਾ ਕਿ ਰੌਲਾ ਪਾਇਆ ਜਾ ਰਿਹਾ। ਔਰ UBS ਦੀ ਜਿਹੜੀ ਰਿਪੋਰਟ ਆਈ ਹੈ ਜੀ ਪਿਛਲੇ ਦਿਨੀ, ਬੜੀ ਵੱਡੀ, ਉਹ ਹੈਰਾਨ ਕਰਨ ਵਾਲੀ ਵੀ ਹੈ ਤੇ ਜਿੱਥੇ ਉਹ ਫਿਕਰਮੰਦ ਕਰਨ ਵਾਲੀ ਵੀ ਹੈ ਜੀ। ਉਹਦੇ ਮੁਤਾਬਕ ਟੋਰਾਂਟੋ, ਕਿਉਂਕਿ ਆਪਾਂ ਟੋਰਾਂਟੋ 'ਚ ਬੈਠੇ ਹਾਂ, ਟੋਰਾਂਟੋ ਦਾ ਇਲਾਕੇ ਦੇ ਵਿੱਚ ਜਿਹੜਾ ਸਾਡਾ ਨੰਬਰ ਆਉਂਦਾ ਜੀ ਉਹ ਕਾਫੀ ਉੱਤੇ ਆਉਂਦਾ ਹੈ ਕਿ ਇਹ ਵਾਕਈ ਇਹ ਗੁਬਾਰਾ ਫਟ ਸਕਦਾ ਹੈ। ਤੋ ਇਹ ਫਟਣਾ ਹੈ, ਮਤਲਬ ਡੇਂਜਰਸ ਲੈਵਲ 'ਚ ਪਹੁੰਚ ਚੁੱਕਾ ਹੈ ਕੀਮਤਾਂ। ਬਿਲਕੁਲ ਜੀ। ਤੋ ਇਹ ਬਰਸਟ, ਇਹ ਹੈਗਾ ਬਬਲ, ਤੇ ਬਰਸਟ ਹੋਣ ਦੀ ਗੱਲ ਆਪਾਂ। ਅੱਛਾ, ਜਿਵੇਂ ਇਹ ਵੀ ਕਿਹਾ ਜਾਂਦਾ ਹੈ ਵੀ ਜਿਹੜੀ ਕੈਨੇਡੀਅਨ ਮਾਰਕੀਟ ਹੈ, ਰੀਅਲ ਸਟੇਟ, ਜਿਹੜੀ ਕੈਨੇਡੀਅਨ ਮਾਰਕੀਟ ਨੂੰ ਚਲਾਉਣ ਦੇ ਵਿੱਚ ਰੀਅਲ ਸਟੇਟ ਦਾ ਵੱਡਾ ਹੱਥ ਹੈ। ਤੇ ਹੁਣ ਇਹ ਵੀ ਗੱਲ, ਹੁਣ ਜਿਵੇਂ ਤੁਸੀਂ ਕਹਿ ਕੇ ਹਟੋ ਵੀ ਟੋਰਾਂਟੋ ਦਾ ਜਿਹੜਾ ਬਬਲ ਹੈ ਕਾਫੀ ਵੱਡਾ ਹੈ ਤੇ ਡੇਂਜਰਸ ਸਿਚੁਏਸ਼ਨ ਦੇ ਵਿੱਚ ਹੈ ਜੀ।
ਆਪਣੇ ਦਰਸ਼ਕਾਂ ਨੂੰ ਤੁਸੀਂ ਇਹ ਵੀ ਦੱਸੋ ਵੀ ਇਹਦੇ ਜੇ ਹੁਣ ਬਬਲ ਫਟਦਾ ਤੇ ਇਹਦੇ ਨੁਕਸਾਨ ਕੀ ਹੋਣਗੇ ਜੇ ਬਾਈ ਚਾਂਸ ਫਟਦਾ। ਵੈਸੇ ਤਾਂ ਆਪਾਂ ਇਹ ਕਹਿੰਦੇ ਵੀ ਗਵਰਨਮੈਂਟ ਦਾ ਜ਼ੋਰ ਲੱਗਾ ਹੁੰਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਕੂਲ ਡਾਊਨ ਰੱਖਿਆ ਜਾਵੇ, ਬਿਲਕੁਲ, ਪਰ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਨੁਕਸਾਨ ਹੋ ਸਕਦੇ ਆ ਜੇ ਇਹ ਫਟ ਗਿਆ? ਮੈਂ ਨੁਕਸਾਨ ਹੋਣ ਤੋਂ ਪਹਿਲਾਂ ਨਾ ਜੀ ਇਹਦੇ ਕਾਰਨ ਪਹਿਲਾਂ ਤਾਂ ਦੱਸ ਦੇ ਵੀ ਕਿਉਂ ਫਟੇਗਾ, ਜੇ ਫਟੇਗਾ ਤਾਂ ਕਿਉਂ ਫਟੇਗਾ, ਜੇ ਫਟਣ ਤੋਂ ਰੋਕਣਾ ਤਾਂ ਕੀ ਕਰਨਾ ਚਾਹੀਦਾ। ਨੁਕਸਾਨ ਤਾਂ ਜਿਹੜਾ ਹੈ ਜੀ ਉਹ ਬੜਾ ਵੱਡਾ ਡੈਮੇਜ ਜਿਹਨੂੰ ਕਹਿ ਲਈਏ ਬੜੀ ਵੱਡੀ ਹੋ ਸਕਦੀ ਹੈ, ਜੇ ਇਹਨੂੰ ਕੰਟਰੋਲ ਕੀਤਾ ਜਾ ਸਕੇ ਤਾਂ ਫਿਰ ਐਗਜ਼ੈਕਟਲੀ ਨਾਓ ਇਜ਼ ਦਾ ਟਾਈਮ ਕਿ ਡੈਮੇਜ ਕੰਟਰੋਲ ਹੋਣ ਤੋਂ ਪਹਿਲਾਂ ਅਸੀਂ ਉਹਨੂੰ ਸਮਝਦੇ ਹੋਏ ਉਸਨੂੰ ਉਹਦੇ ਕਿਆਸ ਰਾਹੀਂ ਲਗਾਉਂਦੇ ਹੋਏ ਉਹਨੂੰ ਆਪਾਂ ਕਿਵੇਂ ਕੰਟਰੋਲ ਕਰਨਾ। ਕਾਰਨ ਕੀ ਬਣੇਗਾ ਜੀ ਇਹਦੇ ਬਬਲ ਦੇ ਹੋਰ ਬਸਟ ਹੋਣ ਦਾ? ਸਾਲ 2000 ਕੋਵਿਡ ਦਾ ਤੋਹਫਾ ਦੁਨੀਆ ਦੇ ਵਿੱਚ, ਮਹਾਮਾਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ, ਜਾਨਾਂ ਗਈਆਂ ਜਾ ਰਹੀਆਂ ਨੇ ਔਰ ਹਜੇ ਉਹ ਰੋਕਣ ਦਾ ਨਾਂ ਨਹੀਂ ਲੈ ਰਿਹਾ। ਸੋ ਕੋਵਿਡ ਕਰਕੇ ਇਹ ਲੱਗਦਾ ਸੀ, ਆਪਾਂ ਸਾਰੀ ਇੰਡਸਟਰੀ ਨੂੰ ਗਰੇਵਾਲ ਸਾਹਿਬ ਜੇ ਦੇਖ ਲਈਏ, ਟੋਟਲ ਇੰਡਸਟਰੀ ਜਿਹੜੀ ਹੈ ਦੁਨੀਆ ਦੀ ਇੰਡਸਟਰੀ ਨੂੰ, ਚਾਹੇ ਉਹ ਛੋਟਾ ਜਿਹਾ ਇੱਕ ਕਾਰੋਬਾਰੀ ਸੀਗਾ, ਫੜੀ ਲਾਉਣ ਵਾਲੇ ਦੀ ਮੈਂ ਗੱਲ ਕਰਾਂ ਕਿ ਇੱਕ ਸਟਰੀਟ ਵੈਂਡਰ ਜਿਹਨੂੰ ਕਹਿੰਦੇ ਆ, ਸਟਰੀਟ ਵੈਂਡਰ ਤੋਂ ਲੈ ਕੇ ਇੱਕ ਬਿਗ ਫਰਮ ਜਿਹੜੀ ਮਲਟੀਨੈਸ਼ਨਲ MNC ਫਰਮ ਹੈ ਜਿਹੜੀ ਬਿਲੀਅਨਸ ਆਫ ਡਾਲਰ ਦਾ ਬਿਜ਼ਨਸ ਕਰ ਰਹੀ ਸੀ, ਉਹ ਪ੍ਰਭਾਵਿਤ ਹੋਈਆਂ ਹਨ। ਠੀਕ ਹੈ, ਜੌਬਸ ਗਈਆਂ ਨੇ ਲੋਕਾਂ ਦੀਆਂ। ਕਈ ਇੰਡਸਟਰੀਜ਼ ਐਸੀਆਂ ਨੇ, ਰੈਸਟੋਰੈਂਟ, ਟੂਰਿਜ਼ਮ, ਐਰੋ ਇੰਡਸਟਰੀ, ਜਿਹੜੀਆਂ ਕਿ ਟੋਟਲ ਜਾਂ ਜਿਹੜੀਆਂ ਸਪੋਰਟਸ ਇੰਡਸਟਰੀ ਸੀ ਉਹ ਟੋਟਲ ਮਤਲਬ ਡਿਬੈਕਲ, ਬੈਂਕਰਪਸੀ ਵੱਲ ਕਈ ਇੰਡਸਟਰੀਆਂ ਚਲੇ ਗਈਆਂ ਨੇ ਜੀ। ਕੋਵਿਡ ਦੇ ਕਰਕੇ ਲੱਗਦਾ ਸੀ ਕਿ ਬੜੀਆਂ ਚੀਜ਼ਾਂ 'ਚ ਗਿਰਾਵਟ ਆਏਗੀ, ਰੋਕੇਗੀ। ਬੜੇ ਹੈਰਾਨੀ ਦੇ ਨਾਲ ਇਹ ਕਹਿਣਾ ਪੈ ਰਿਹਾ, ਸਾਡੇ ਦਰਸ਼ਕ ਬਿਲਕੁਲ ਮੇਰੇ ਨਾਲ ਸਹਿਮਤ ਹੋਣਗੇ ਕਿ ਅਸੀਂ ਆਲੇ ਦੁਆਲੇ, ਅਸੀਂ ਟੋਰਾਂਟੋ GTA ਦੀ ਅੱਜ ਗੱਲ ਕਰ ਰਹੇ ਹਾਂ, ਟੋਰਾਂਟੋ ਦੇ ਆਲੇ ਦੁਆਲੇ ਜਾਂ ਟੋਰਾਂਟੋ ਦੇ ਵਿੱਚ ਦੇਖੀਏ ਤਾਂ ਕੀਮਤਾਂ ਜਿਹੜੀਆਂ ਨੇ ਜੀ ਰੈਜ਼ੀਡੈਂਸ਼ੀਅਲ ਪ੍ਰਾਪਰਟੀਜ਼ ਦੀਆਂ, ਗਰੇਵਾਲ ਸਾਹਿਬ, ਉਹਨਾਂ ਦੇ ਵਿੱਚ ਹੁਣ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਮਲਟੀਪਲ ਆਫਰਾਂ ਜਾ ਰਹੀਆਂ ਨੇ, ਗਰੋਥ ਨਹੀਂ ਆ ਰਹੀ ਉਹਨਾਂ 'ਚ। ਔਰ ਜੇਕਰ ਸਾਡੇ ਬਿਲਡਰ ਭਰਾ ਕੋਈ ਆਫਰ ਕਰਦੇ ਨੇ ਨਿਊ ਸਬ ਡਿਵੀਜ਼ਨ ਜਾਂ ਨਿਊ ਕੋਈ ਉਹ, ਤਾਂ ਉੱਥੇ ਲਾਈਨਾਂ ਲੱਗ ਰਹੀਆਂ ਨੇ ਜੀ। 100 ਘਰ ਹੁੰਦਾ ਤੇ 500 ਬੰਦਾ ਲਾਈਨ 'ਚ ਲੱਗਾ ਹੁੰਦਾ। ਸੋ ਇਹ ਕੀ ਦਰਸਾਉਂਦਾ ਜੀ? ਅੱਛਾ, ਵੀ ਤੁਸੀਂ ਇਹੀ ਸਮਝਦੇ ਹੋ ਵੀ ਜਿਹੜਾ ਹੁਣ ਤੁਸੀਂ ਬਿਲਡਰਸ ਦੀ ਗੱਲ ਕੀਤੀ ਹੈ ਵੀ 100 ਘਰ ਹੁੰਦਾ ਤੇ 500, ਫਿਰ ਡਿਮਾਂਡ ਐਂਡ ਸਪਲਾਈ ਵਾਲੀ ਗੱਲ ਹੋ ਗਈ। ਐਗਜ਼ੈਕਟਲੀ ਜੀ, ਇਹ ਤਾਂ ਹੀ ਇਹਨਾਂ ਉੱਥੇ ਹੁਣ ਬਿਲਡਰ ਦੇ ਜਦੋਂ ਘਰ ਹੁੰਦੇ ਨੇ, ਅੱਜ ਸਪੋਜ਼ ਘਰ ਨਿਕਲਿਆ ਤੇ ਦੂਸਰੇ ਦਿਨ ਸੋਲਡ ਆਊਟ ਹੁੰਦਾ। ਬਿਲਕੁਲ, ਤੇ ਕੀ ਕਾਰਨ ਲੱਗਦਾ ਵੀ ਏਡੀ ਛੇਤੀ ਕਿਉਂ ਵਿਕ ਰਿਹਾ? ਮੈਂ ਇਹਨੂੰ ਫਿਨਿਸ਼ ਕਰਦਾ, ਫਿਰ ਇਸ ਗੱਲ ਨੂੰ ਮੈਂ ਲੈਣਾ ਦੱਸਦਾ ਤੁਹਾਨੂੰ। ਸੋ ਇਹ ਜਿਹੜੀਆਂ ਚੀਜ਼ਾਂ ਨੇ ਜੀ ਕੀਮਤਾਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਕਈ ਵਾਰ ਲੋਕਾਂ ਨੂੰ ਇਹ ਵੀ ਲੱਗਦਾ ਹੁੰਦਾ ਕਿ ਮੈਂ ਟ੍ਰੇਨ ਮਿਸ ਨਾ ਕਰ ਜਾਵਾਂ, ਹੈ ਨਾ ਜੀ, ਕਿਉਂਕਿ ਘਰ ਇੱਕ ਐਸੀ ਚੀਜ਼ ਹੈ, ਖਾਸ ਤੌਰ ਦੇ ਉੱਤੇ ਘਰ ਦੀ ਓਨਰਸ਼ਿਪ ਦਾ ਜਿਹੜਾ ਇੱਕ ਸੁਪਨਾ ਹੈ ਜੀ, ਹਰ ਇੱਕ ਇਨਸਾਨ ਦਾ ਹੁੰਦਾ, ਔਰ ਪ੍ਰਾਈਡ ਜਿਹੜਾ ਓਨਰਸ਼ਿਪ ਦਾ ਹਰ ਇੱਕ ਨੂੰ ਮਾਣ ਲੈਣ ਦਾ ਹੱਕ ਵੀ ਹੈ। ਸੋ ਕਈ ਸਾਡੇ ਐਸੇ ਪਰਿਵਾਰ, ਸਾਡੇ ਐਸੀ ਫੈਮਲੀਜ਼ ਹੁੰਦੀਆਂ ਨੇ ਜਿਹੜੀਆਂ ਕਿ 2-2 4-4 ਸਾਲ ਤੋਂ ਮਿਹਨਤ ਕਰਕੇ ਆਪਣੀ ਡਿਪੋਜ਼ਿਟ ਇਕੱਠਾ ਕਰ ਰਹੀਆਂ ਹੁੰਦੀਆਂ ਨੇ ਔਰ ਦੇ ਆਰ ਗੈਟਿੰਗ ਰੈਡੀ ਟੂ ਬਾਈ ਅ ਹਾਊਸ। ਤਾਂ ਇਹ ਨਹੀਂ ਸੀ ਪਤਾ ਕਿ ਇਦਾਂ ਦਾ ਕੋਵਿਡ ਆ ਜਾਏਗਾ ਜਾਂ ਕੁਝ ਹੋ ਜਾਏਗਾ। ਸੋ ਮੈਂ ਇਹ ਕਹਿਣਾ ਚਾਹਾਂਗਾ, ਤੁਹਾਡਾ ਇਹ ਵੀ ਸਵਾਲ ਹੋ ਸਕਦਾ ਕਿ ਜੌਬਾਂ ਵੀ ਗਈਆਂ ਨੇ ਫਿਰ ਵੀ ਘਰ ਲੈ ਜਾ ਰਹੇ ਨੇ, ਹੈ ਨਾ ਜੀ। ਸੋ ਇਹ ਮੈਂ ਅਗਲੇ ਉਸ 'ਚ ਪੜਾਅ 'ਚ ਕਰਦਾ ਗੱਲ ਕਿ ਇਸ ਚੀਜ਼ ਨੂੰ ਦੇਖਦੇ ਹੋਏ ਅਸੀਂ ਜਿਹੜੀਆਂ ਚੀਜ਼ਾਂ ਨੇ, ਜਿਵੇਂ ਡਿਪੋਜ਼ਿਟ ਵਾਲੇ, ਫਸਟ ਟਾਈਮ ਹੋਮ ਬਾਇਰ ਜਾਂ ਜਿਨ੍ਹਾਂ ਨੇ ਅਪ ਸਾਈਜ਼ ਕਰਨਾ ਹੈ ਜਾਂ ਡਾਊਨ ਸਾਈਜ਼ ਕਰਨਾ, ਸੋ ਉਹ ਲੋਕ ਨੇ ਜਿਹੜੇ ਅੱਜ ਜਿਨ੍ਹਾਂ ਦੇ ਘਰ ਮਾਰਕੀਟ ਦੇ ਵਿੱਚ ਨੇ। ਬਟ ਹੁਣ ਸਪਲਾਈ ਜਿਹੜੀ ਹੈ ਘਰਾਂ ਦੀ ਉਹ ਘੱਟ ਹੈ ਜੀ, ਬਾਇਰ ਜਿਹੜੇ ਨੇ ਉਹ ਜ਼ਿਆਦਾ ਨੇ, ਕਿਉਂਕਿ ਆਪਾਂ ਇੱਕ ਇਮੀਗ੍ਰੇਸ਼ਨ ਦਾ ਫੈਕਟਰ ਜਿਹੜਾ ਇੱਕ ਉਹ ਵੀ ਆਪਾਂ ਨਹੀਂ ਝੁਲਾ ਸਕਦੇ। ਇਮੀਗ੍ਰੇਸ਼ਨ ਜਿਹੜੀ ਉਹ ਲਗਾਤਾਰ ਹੁੰਦੀ ਰਹੀ ਹੈ, ਈਵਨ ਕੋਵਿਡ ਦੇ ਦੌਰਾਨ ਹੁੰਦੀ ਰਹੀ ਹੈ, ਔਰ ਕੈਨੇਡਾ 'ਚ ਇਮੀਗ੍ਰੈਂਟ ਆਉਂਦੇ ਰਹੇ ਨੇ। ਔਰ ਇਹ ਜਿਹੜੇ ਕੁਝ ਕਾਰਨ ਨੇ ਜਿਨ੍ਹਾਂ ਕਰਕੇ ਰੀਅਲ ਸਟੇਟ ਜਿਹੜਾ ਹੈ ਜੀ, ਖਾਸ ਤੌਰ ਤੇ ਰੀਸੇਲ ਰੈਜ਼ੀਡੈਂਸ਼ੀਅਲ ਜਿਹੜਾ ਰੀਅਲ ਸਟੇਟ ਹੈ ਉਹ, ਤੇ ਜਿਹੜੇ ਨਿਊ ਬਿਲਡਰਸ ਦੇ ਘਰ ਨੇ ਉਹਨਾਂ ਨੇ ਵਿਕਣਾ ਹੀ ਵਿਕਣਾ। ਹਾਂ, ਇੱਥੇ ਇੱਕ ਚੀਜ਼ ਮੈਂ ਇੱਥੇ ਦੱਸ ਦਵਾਂ ਕਿ ਜਿਹੜੀ ਕੌਂਡੋ ਮਾਰਕੀਟ ਹੈ, ਮਤਲਬ ਨਥਿੰਗ ਅਗੇਂਸਟ ਐਨੀ, ਕਿਉਂਕਿ ਉਹ ਸਾਡਾ ਕਿੱਤਾ ਦਾ ਹਿੱਸਾ ਹੈ ਨਾ ਜੀ। ਉਹਦੀ ਜਦੋਂ ਆਪਾਂ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਜਿਹੜੀਆਂ ਰੈਂਟਲ ਜਿਹੜਾ ਰੇਟ ਹੈ ਜੀ ਕੌਂਡੋਮੀਨੀਅਮਸ ਦਾ, ਉਹ ਡਾਊਨ ਹੋਇਆ, ਖਾਸ ਤੌਰ ਤੇ GTA ਵਰਗੇ ਵੱਡੇ ਸ਼ਹਿਰ ਦੇ ਵਿੱਚ। ਔਰ ਉਹਦੇ ਕਾਰਨ ਹੋਰ ਹੋ ਸਕਦੇ ਨੇ, ਉਹ ਆਪਾਂ ਬਹੁਤ ਸਾਰੇ ਕਾਰਨ ਨੇ, ਉਹ ਵੀ ਅੱਗੇ ਚੱਲ ਕੇ ਕਦੇ ਡਿਸਕਸ ਕਰਾਂਗੇ। ਲੇਕਿਨ ਉਹਨਾਂ ਦੀ ਜਿਹੜੀ ਸੇਲ ਹੈ ਉਹਦੇ ਵਿੱਚ ਉਹ ਗਿਰਾਵਟ ਨਹੀਂ ਹੈ। ਜਿਹੜਾ ਇਨਵੈਸਟਰ ਹੈ ਜਾਂ ਬਾਇਰ ਹੈ ਉਹ ਹਜੇ ਵੀ ਕੌਂਡੋਜ਼ ਖਰੀਦ ਰਿਹਾ, ਬਟ ਇਨ ਕੰਪੈਰੀਜ਼ਨ ਟੂ ਜਿਹੜੇ ਡਿਟੈਚ, ਸੈਮੀ ਡਿਟੈਚ ਜਾਂ ਟਾਊਨ ਹਾਊਸਿਸ, ਉਹ ਜ਼ਿਆਦਾ ਮਤਲਬ ਇਹ ਜ਼ਿਆਦਾ ਵਿਕ ਰਹੇ ਨੇ, ਉਹ ਹਜੇ ਘੱਟ ਵਿਕ ਰਹੇ ਨੇ। ਸੋ ਗੱਲ ਆਉਂਦੀ ਹੈ ਕਿ ਜਿਹੜਾ ਤੁਹਾਡਾ ਦੂਜਾ ਬੜਾ ਪਤੇ ਦਾ ਸਵਾਲ ਹੈ ਜੀ ਇਹ, ਕਿ ਇਹ ਸਾਰਾ ਕੁਝ ਹੁੰਦੇ ਹੋਏ ਵੀ ਘਰਾਂ ਦੀਆਂ ਕੀਮਤਾਂ ਵੀ ਵੱਧ ਰਹੀਆਂ ਨੇ, ਸਾਰਾ ਕੁਝ ਹੋ ਰਿਹਾ, ਫਿਰ ਵੀ ਜਿਹੜਾ ਲੋਕ, ਤੁਹਾਡਾ ਮੇਰੇ ਖਿਆਲ ਇਹ ਸਵਾਲ ਸੀ ਵੀ ਕਿਉਂ ਲੈ ਰਹੇ ਨੇ? ਹਾਂ, ਲੋਕ ਕਿਵੇਂ ਉਹਨੂੰ ਅਫੋਰਡ ਕਰ ਰਹੇ ਨੇ ਵੀ ਜੌਬਸ ਨਹੀਂ ਗਿਆ, ਪੈਂਡੇਮਿਕ ਚੱਲ ਰਿਹਾ ਹੈ। ਹਾਂਜੀ। ਸੋ ਇਹਦਾ ਇੱਕੋ ਇੱਕ ਕਾਰਨ ਹੈ ਜੀ ਕਿ ਆਪਾਂ ਇਹ ਦੇਖਦੇ ਹਾਂ ਕਿ
ਬਹੁਤਾਤ ਕੌਣ ਨੇ ਜੀ? ਬਹੁਤਾਤ ਹੁਣ ਆਪਾਂ ਇਹ ਤਾਂ ਕਹਿਣਾ ਛੱਡ ਹੀ ਦਿੱਤਾ ਸ਼ਾਇਦ ਕਿ ਕੈਨੇਡਾ ਇਜ਼ ਅ ਕੰਟਰੀ ਆਫ ਇਮੀਗ੍ਰੈਂਟਸ। ਕੈਨੇਡਾ ਇਟਸੈਲਫ ਇਜ਼ ਅ ਨਿਊ ਫਿਨੋਮੀਨਾ ਜੀ। ਇਹ ਮਲਟੀਕਲਚਰਲਿਜ਼ਮ ਤੋਂ ਨੈਕਸਟ ਹੁਣ ਲੈਵਲ ਦੀ ਗੱਲ ਹੋ ਰਹੀ ਹੈ। ਹੁਣ ਸਾਰੀ ਦੁਨੀਆ ਦੇ ਵਿੱਚ ਇਹ ਨਹੀਂ ਹੋ ਰਿਹਾ ਕਿ ਮੈਂ ਫਲਾਣੇ ਮੁਲਕ ਤੋਂ ਆਇਆ ਜੀ, ਮੈਂ ਇੱਥੇ ਦਾ ਇਮੀਗ੍ਰੈਂਟ। ਉਹ ਇੱਕ ਕਾਗਜ਼ਾਂ 'ਚ ਇਮੀਗ੍ਰੈਂਟ ਹੁੰਦਾ, ਲੇਕਿਨ ਜਿਵੇਂ ਹੀ ਉਤਰਦਾ ਇੱਥੇ ਕੋਈ ਵੀ ਬੰਦਾ ਜਾਂ ਪਰਿਵਾਰ, ਉਹ ਰਾਈਟ ਵੇ ਦੂਜੇ ਦਿਨ ਹੀ ਉਹ ਕੈਨੇਡੀਅਨ ਕਲਚਰ ਜਾਂ ਸੋ ਕਾਲਡ ਜਿਹੜਾ ਆਪਣਾ ਅੱਜ ਦਾ ਕਲਚਰ ਉਹਦੇ ਚੋਂ ਘੁਲ ਮਿਲ ਜਾਂਦਾ ਹੈ। ਉਹਦੇ ਬਹੁਤ ਸਾਰੇ ਕਾਰਨ ਨੇ ਕਿ ਉਹਨੂੰ ਇੱਕ ਤਾਂ ਉਹ ਆਪਣੀ ਜੇਬ ਦੇ ਵਿੱਚ ਪੈਸੇ ਲੈ ਕੇ ਹੁੰਦਾ ਜੀ, ਇੱਕ ਉਹ ਪ੍ਰੋਫੈਸ਼ਨਲੀ ਉਹਨੂੰ ਪਤਾ ਹੁੰਦਾ ਉਹਨੂੰ ਜਿਹੜੀ ਆ ਸਾਰਾ ਨੈਟਵਰਕਿੰਗ ਹੋ ਗਈ ਇੰਟਰਨੈਟ ਦੇ ਕਰਕੇ, ਕਿੱਥੇ ਮੇਰੀ ਜੌਬ ਆ, ਕਿੱਥੇ ਮੈਂ ਜੌਬ ਲੱਭਣੀ ਹੈ, ਕਿੱਥੇ ਜਾ ਕੇ ਰਹਿਣਾ ਹੈ। ਤਾਂ ਉਹਦੇ 'ਚ ਬਹੁਤ ਸਾਰੇ ਸਾਡੇ ਜਿਹੜੇ ਪ੍ਰੋਫੈਸ਼ਨਲ ਨੇ, ਚਾਹੇ ਉਹ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਨੇ, ਰੀਅਲ ਸਟੇਟ ਨਾਲ, ਫਾਈਨਾਂਸ ਸੈਕਟਰ ਨਾਲ, ਉਹ ਹੈਲਪ ਵੀ ਕਰਦੇ ਨੇ ਔਰ ਅਸੀਂ ਵੀ ਉਹ ਸੇਵਾਵਾਂ ਦਿੰਦੇ ਹਾਂ। ਜੇਕਰ ਕਿਸੇ ਨੇ, ਤੁਹਾਡੇ ਭੈਣ ਭਰਾ ਨੇ ਭਾਰਤ ਵਰਗੇ ਮੁਲਕ ਤੋਂ ਜਾਂ ਕਿਤੋਂ ਵੀ ਆਉਣਾ ਹੈ, ਇੱਥੇ ਆਉਣ ਤੋਂ ਪਹਿਲਾਂ ਉਹਨੂੰ ਰੈਂਟਲ ਪ੍ਰਾਪਰਟੀ, ਉਹਨੂੰ ਘਰ ਬਾਏ ਕਰਨ ਦੀ ਜੇਕਰ ਉਹਨੂੰ ਚਾਹੀਦੀ ਹੈ, ਅਸੀਂ ਉਹ ਟੋਟਲ ਕੰਪਲੀਟ ਅੰਡਰ ਵਨ, ਜਿਵੇਂ ਆਪਾਂ ਸਾਰੀਆਂ ਸਰਵਿਸਿਜ਼ ਨੂੰ ਦਿੰਦੇ ਹਾਂ, ਵਨ ਸਟਾਪ ਬਿਲਕੁਲ ਸਰਵਿਸਿਜ਼ ਦਿੰਦੇ ਹਾਂ। ਸੋ ਮੇਰਾ ਜਿਹੜਾ ਇਹਨੂੰ ਹੁਣ ਅਗਲੀ, ਇਹ ਤਾਂ ਇਮੀਗ੍ਰੇਸ਼ਨ ਨੂੰ ਥੋੜਾ ਟੱਚ ਕੀਤਾ ਜੀ। ਬਾਕੀ ਘਰਾਂ ਦੇ ਨਵੇਂ ਜਿਹੜੇ ਬਿਲਡਰ ਦੇ ਘਰ ਨੇ, ਉਹਨਾਂ ਦੇ ਬਾਹਰ ਲਾਈਨਾਂ ਲੱਗਣ ਦੀ ਗੱਲ ਜਿਹੜੀ ਹੈ ਜੀ, ਉਹ ਮੈਂ ਹੱਥ ਜੋੜ ਕੇ ਜਿੱਥੇ ਬੇਨਤੀ ਕਰਾਂਗਾ, ਅਪੀਲ ਕਰਾਂਗਾ ਸਾਡੇ ਸਾਰੇ ਉਹਨਾਂ ਭੈਣਾਂ ਭਰਾਵਾਂ ਨੂੰ ਜਿਹੜੇ ਪ੍ਰੋਗਰਾਮ ਸੁਣ ਰਹੇ ਨੇ, ਜੇਕਰ ਤੁਸੀਂ ਘਰ ਲੈਣਾ ਹੈ ਜਾਂ ਬਿਲਡਰ ਤੋਂ ਲੈਣਾ ਹੈ ਜਾਂ ਜਿਵੇਂ ਵੀ ਕਿਤੇ ਜਾ ਕੇ ਖੜਦੇ ਹੋ ਲੈਣੇ ਹੋ, ਤਾਂ ਤੁਸੀਂ ਨਾ ਪਹਿਲਾਂ ਥੋੜੀ ਰਿਸਰਚ ਜ਼ਰੂਰ ਕਰਿਆ ਕਰੋ। ਕਿਉਂਕਿ ਇੱਥੇ ਕਈ ਵਾਰੀ ਇਹ ਵੀ ਹੋ ਜਾਂਦਾ ਹੈ ਕਿ ਅਸੀਂ ਉਹ ਆਪਣੇ ਵੱਲੋਂ ਨਾ ਜੀ, ਅਸੀਂ ਰਸ਼ ਕ੍ਰੀਏਟ ਕਰਕੇ ਅਸੀਂ ਆਪਣੇ ਵੱਲੋਂ ਇੱਕ ਬਿਲਡਰ ਨੂੰ ਜਾਂ ਕਿਸੇ ਨੂੰ ਵੀ ਅਸੀਂ ਇਹ ਦਿਖਾ ਦਿੰਦੇ ਕਿ ਸਾਨੂੰ ਬਹੁਤ ਲੋੜ ਹੈ, ਤੇ ਉਹਦੇ ਕੋਲ ਸਿਰਫ ਥੋੜਾ ਸੌਦਾ ਹੁੰਦਾ ਜੀ। ਹਾਂਜੀ, ਇਹ ਐਟ ਦਾ ਐਂਡ ਆਫ ਦਾ ਡੇ ਇਟ ਇਜ਼ ਅ ਬਿਜ਼ਨਸ, ਇਟ ਇਜ਼ ਅ ਕਮਰਸ਼ੀਅਲ ਐਕਟੀਵਿਟੀ। ਤੁਹਾਨੂੰ ਪਤਾ ਹੈ ਅਸੀਂ ਜਿਹੜਾ ਮੁਲਕਾਂ ਤੋਂ ਆ, ਉੱਥੇ ਕਾਲਾ ਬਾਜ਼ਾਰੀ, ਚੋਰ ਬਾਜ਼ਾਰੀ, ਦੀਵਾਲੀ ਦੇ ਦਿਨਾਂ ਵਿੱਚ ਖੰਡਾਂ ਇਕੱਠੀਆਂ ਕਰ ਲੈਣੀ, ਖੰਡ ਤੇ ਲੋਕਾਂ ਨੂੰ ਮਿਲਣੀ ਨਹੀਂ, ਤੇ ਉਹ 5 ਰੁਪਏ ਵਾਲੀ 50 ਰੁਪਏ 'ਚ ਵਿਕਣੀ, ਉਹ ਹੁਣ ਵੀ ਹੁੰਦਾ ਹੈ। ਗੰਢਿਆਂ ਦੀ ਗੱਲ ਹੁੰਦੀ। ਸੋ ਇਸੇ ਤਰ੍ਹਾਂ ਇਹਨਾਂ ਘਰਾਂ ਨੂੰ ਤੁਸੀਂ ਆਲੂ, ਗੰਢੇ, ਪਿਆਜ਼ ਨਾ ਬਣਾਓ। ਇਹਨਾਂ ਦੀ ਜਿਹੜੀ ਇੱਕ ਕੀਮਤ, ਇਹਨਾਂ ਦੀ ਜਿਹੜੀ ਕਾਸਟ ਆਫ ਇਹਦੀ ਬਿਲਡਿੰਗ ਹੁੰਦੀ ਹੈ, ਉਹ ਚੀਜ਼ਾਂ ਦਾ ਤੁਹਾਨੂੰ ਧਿਆਨ 'ਚ ਪਤਾ ਹੋਣਾ ਚਾਹੀਦਾ ਕਿ ਵਾਕਈ ਜਿਹੜਾ ਤੁਸੀਂ $1 ਮਿਲੀਅਨ ਦਾ ਘਰ ਬੁੱਕ ਕਰਾ ਰਹੇ ਹੋ, ਕਿ ਉਹਦੇ ਤੇ $1 ਮਿਲੀਅਨ ਦੇ ਬਰਾਬਰ ਦਾ ਪੈਸਾ ਲੱਗਣਾ ਕਿ ਨਹੀਂ ਲੱਗਣਾ। ਇਹ ਸਾਰੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਤੁਹਾਡਾ ਜਿਹੜਾ ਰੀਅਲਟਰ ਦੇ ਸਕਦਾ, ਪ੍ਰੋਫੈਸ਼ਨਲ ਦੇ ਸਕਦਾ। ਉਹਦੇ ਲਈ ਤੁਸੀਂ ਉਹਨਾਂ ਨਾਲ ਸੰਪਰਕ ਜ਼ਰੂਰ ਕਰੋ। ਤੇ ਜੀ ਮੈਂ ਮੰਨ ਸਕਦਾ ਕਿ ਤੁਹਾਨੂੰ ਜ਼ਰੂਰਤ ਹੁੰਦੀ ਹੈ, ਸਾਨੂੰ ਸਾਰਿਆਂ ਨੂੰ ਜ਼ਰੂਰਤ ਹੁੰਦੀ ਹੈ। ਉਹਦੇ ਲਈ ਤੁਸੀਂ ਇੱਕ ਰਾਈਟ ਵੇ ਤਰੀਕਾ ਹੁੰਦਾ, ਉਸ ਤਰੀਕੇ ਨਾਲ ਤੁਸੀਂ ਉੱਥੇ ਜਾ ਕੇ ਲਓ ਜੀ। ਅੱਛਾ ਨਾਗਰ ਸਾਹਿਬ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਜਿਹੜੀ ਇਹ ਚਰਚਾ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਠੀਕ ਹੈ ਜੀ, ਇੱਕ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਬ੍ਰੇਕ ਤੋਂ ਬਾਅਦ ਜਿਵੇਂ ਕਿ ਤੁਹਾਨੂੰ ਪਤਾ ਹੈ, ਮੇਰੇ ਨਾਲ ਅੱਜ ਸਟੂਡੀਓ ਵਿੱਚ ਹਾਜ਼ਰ ਨੇ ਬ੍ਰੋਕਰ, ਰੀਅਲ ਐਸਟੇਟ ਦੇ ਵਿੱਚ ਕਾਫੀ ਲੰਬਾ ਸਮਾਂ ਕੰਮ ਕਰਦਿਆਂ ਨੂੰ ਹੋ ਗਿਆ, ਬੜਾ ਵੱਡਾ ਤਜਰਬਾ ਰੱਖਦੇ ਨੇ, ਮੇਜਰ ਸਿੰਘ ਨਾਗਰਾ। ਤੇ ਉਹਨਾਂ ਦੇ ਨਾਲ ਗੱਲ ਕਰ ਰਹੇ ਆ ਵੀ ਜਿਹੜਾ ਰੀਅਲ ਐਸਟੇਟ ਵਿੱਚ ਕੀ ਕੁਝ ਹੋ ਰਿਹਾ, ਜਿਹੜਾ ਬਬਲ ਹੈ ਇਹ ਕੀ ਫਟੇਗਾ। ਤੇ ਉਸ ਤੋਂ ਅੱਗੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਰੀਅਲ ਐਸਟੇਟ ਦੇ ਵਿੱਚ ਜਿਵੇਂ ਹੁਣ ਇੱਕ ਤਾਜ਼ਾ ਇੱਕ ਰਿਪੋਰਟ ਆਈ ਹੈ CIBC ਵੱਲੋਂ, ਉਹ ਕਿਹਾ ਜਾ ਰਿਹਾ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਰੀਅਲ ਐਸਟੇਟ ਹੈ ਜਿਹੜੀ ਸਲੋ ਡਾਊਨ ਹੋਵੇਗੀ। ਹੁਣ ਜਿਵੇਂ ਕਿ ਇਹਨਾਂ ਦਿਨਾਂ ਦੇ ਵਿੱਚ ਕਾਫੀ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ ਜੀ, ਤੇ ਜਦੋਂ ਬਬਲ ਬਸਟ ਹੋਣ ਦੀ ਗੱਲ ਕੀਤੀ ਜਾ ਰਹੀ ਹੈ, ਤੁਹਾਡੇ ਦੇ ਹਿਸਾਬ ਨਾਲ ਕੀ ਲੱਗਦਾ ਵੀ ਕਾਫੀ ਮਾਰਕੀਟ ਕੀਮਤਾਂ ਡਿੱਗਣਗੀਆਂ ਤੇ ਕ੍ਰੈਸ਼ ਹੋਵੇਗੀ? ਦੇਖੋ ਜੀ, ਬਿਲਕੁਲ ਮੈਂ ਆਪਣੇ ਦਰਸ਼ਕਾਂ ਨੂੰ ਫਿਰ ਦੱਸਦਾ ਕਿ ਜਿਹੜੇ ਇਹ ਰਿਪੋਰਟਸ ਜਾਂ ਸਰਵੇਜ਼ ਜਾਂ ਜਿਹੜੀਆਂ ਹੁੰਦੀਆਂ ਨੇ, ਇਹ ਐਵੇਂ ਹਵਾ ਚੋਂ ਨਹੀਂ ਆ ਜਾਂਦੀਆਂ ਗੱਲਾਂ। ਇਹ ਵਾਕਿਆ ਹੀ ਬਹੁਤ ਮਿਹਨਤ ਕਰਕੇ ਜਿਹੜੇ ਅਦਾਰੇ ਨੇ, ਸਾਡੇ ਫਾਈਨੈਂਸ਼ੀਅਲ ਅਦਾਰੇ ਨੇ, ਜਿਵੇਂ ਤੁਸੀਂ ਹੁਣੇ CIBC ਦੀ ਗੱਲ ਕੀਤੀ ਹੈ, ਇਸੇ ਤਰ੍ਹਾਂ ਬਲੂਮਬਰਗ ਦੀ ਇੱਕ ਰਿਪੋਰਟ ਆਈ ਹੈ, UBS ਦੀ ਇੱਕ ਰਿਪੋਰਟ ਆਈ ਹੈ, ਔਰ ਇਸੇ ਤਰ੍ਹਾਂ ਸਾਡੇ ਵੱਖ-ਵੱਖ ਅਦਾਰੇ ਵੀ ਕਰਦੇ ਰਹਿੰਦੇ ਨੇ ਜਿਹੜੇ ਸਰਵੇ। ਤੋਂ ਇਹਨਾਂ ਦੇ ਪਿੱਛੇ ਕੁਛ ਨਾ ਕੁਛ ਤਾਂ ਸੱਚਾਈ ਹੁੰਦੀ ਹੈ ਜੀ, ਕਿਸੇ ਨਾ ਕਿਸੇ ਲੈਵਲ ਦੇ ਉੱਤੇ ਤਾਂ ਇਹ ਗੱਲ ਜਿਹੜੀ ਹੈ ਜੀ, ਇਹ ਇਹਨਾਂ ਨੇ ਕਿਸੇ ਨਾ ਕਿਸੇ ਰਿਸਰਚ ਦੇ ਆਧਾਰ ਤੇ ਹੁੰਦੀ ਹੈ। ਐਗਜ਼ੈਕਟ, ਬਿਲਕੁਲ ਇਹੀ ਜੀ। ਸੋ ਜਦ ਤੱਕ ਬਬਲ ਸੀਗਾ, ਗੁਬਾਰਾ ਤੇ ਅਸੀਂ ਦੇਖ ਲਿਆ ਕੀ ਹੁੰਦਾ ਹੈ। ਹੁਣ ਉਹਦੀ ਗੁਬਾਰੇ ਦੀ ਜਿਹੜੀ ਹੈ ਬਰਸਟ ਹੋਣ ਦੀ ਗੱਲ ਦਾ ਮਤਲਬ ਹੈ ਕੀਮਤਾਂ ਦੇ ਵਿੱਚ ਗਿਰਾਵਟ ਆਉਣੀ। ਸੋ ਉਹ ਗਿਰਾਵਟ ਕੀ ਵਾਕਈ ਆ ਸਕਦੀ ਹੈ ਜਾਂ ਨਹੀਂ ਆ ਸਕਦੀ, ਇਹ ਹੁਣ ਸਾਨੂੰ ਦੇਖਣਾ ਪਏਗਾ। ਔਰ ਸਾਡੇ ਜਿਹੜੇ ਅਰਥ ਸ਼ਾਸਤਰੀ ਨੇ, ਇਕਨੋਮਿਸਟ ਨੇ, ਜਿਵੇਂ ਹੁਣ ਤੁਸੀਂ ਜ਼ਿਕਰ ਕੀਤਾ, ਉਹਨਾਂ ਦਾ ਜਾਂ ਐਨਾਲਿਸਟ ਨੇ, ਜਿਹੜੇ ਐਨਾਲਿਸਟ ਦਾ ਕੰਮ ਹੀ ਇਹ ਹੁੰਦਾ ਕਿ ਉਹਨਾਂ ਨੇ ਪਿਛਲਾ ਪਿਛੋਕੜ ਦੇਖ ਕੇ ਜਿਹੜੀਆਂ ਉਹ ਸਾਰੀ ਚੀਜ਼ਾਂ ਕਰਨੀਆਂ ਹੁੰਦੀਆਂ ਨੇ। ਤੋਂ ਬਤੌਰ ਮੀਡੀਆ, ਜੇਕਰ ਸਾਡੇ ਦਰਸ਼ਕ ਖਬਰਾਂ ਦੇ ਨਾਲ ਤੁਸੀਂ ਵਾਬਸਤਾ ਹੋਵੋ, ਤਾਂ ਸਾਲ 2000 ਚਲੋ 1990 ਦੀ ਗੱਲ ਕਰਦੇ ਹਾਂ। 1990 ਦੇ ਵਿੱਚ ਨਾਰਥ ਅਮਰੀਕਾ ਦੇ ਵਿੱਚ ਬਹੁਤ ਵੱਡਾ ਇੱਕ ਜਿਹੜਾ ਹੈ ਡਿਪਰੈਸ਼ਨ ਜਿਹਨੂੰ ਆਪਾਂ ਕਹਿੰਦੇ ਆਇਆ ਸੀਗਾ।
ਸੋ ਡਿਪਰੈਸ਼ਨ ਦੇ ਨਾਲ ਲੋਕਾਂ ਨੇ ਘਰਾਂ ਦੀਆਂ ਚਾਬੀਆਂ, ਕੈਨੇਡਾ ਵਰਗੇ ਮੁਲਕ ਦੇ ਵਿੱਚ ਵੀ ਲੋਕਾਂ ਨੇ ਮੌਰਗੇजेस ਨਾ ਦੇ ਪਾ ਹੋਣ ਕਰਕੇ ਉਹਨਾਂ ਨੇ ਚਾਬੀਆਂ ਆਪਣੀਆਂ ਬਾਹਰ ਦਿੱਤੀਆਂ ਸੀ, ਜਾਂ ਘਰਾਂ ਚੋਂ ਨਿਕਲਣਾ ਪਿਆ ਸੀ। ਉਦੋਂ ਡਿਪਰੈਸ਼ਨ ਸੀ, ਤੇ ਉਦੋਂ ਗਰੇਵਾਲ ਸਾਹਿਬ ਰੇਟ ਆਫ ਇੰਟਰਸਟ ਜਿਹੜਾ ਸੀ ਮੌਰਗੇਜ ਦਾ ਉਹ 15% 20% ਦੇ ਕਰੀਬ ਰੇਟ ਆਫ ਇੰਟਰਸਟ ਸੀ, ਜਿਹਦੇ ਕਰਕੇ ਇਹ ਭਾਣਾ ਵਰਤਿਆ ਉਸ ਵਕਤ। ਅੱਜ ਉਹ ਇਸ ਕਰਕੇ ਨਹੀਂ ਹੋਣ ਦੇ ਚਾਂਸਸ ਜਿਹੜੇ ਨੇ ਉਹ ਇਸ ਕਰਕੇ ਘੱਟ ਨੇ ਕਿਉਂਕਿ ਰੇਟ ਆਫ ਇੰਟਰਸਟ ਮੌਰਗੇजेस ਦੇ ਹਿਸਟੋਰਿਕ ਲੋ ਨੇ ਜੀ। ਉਹ ਮੇਰੇ ਖਿਆਲ ਤੁਹਾਡੇ ਮੌਰਗੇਜ ਬ੍ਰੋਕਰ ਦੱਸ ਸਕਦੇ ਨੇ 1% 1.25% ਤੋਂ ਲੈ ਕੇ 2-2.5% ਤੱਕ ਕਰ ਦੇ ਦਿਨ। ਅੱਜ ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਇਹ ਵੀ ਕਿਹਾ ਜਾ ਰਿਹਾ ਵੀ ਆਉਣ ਵਾਲੇ 1-2 ਸਾਲ ਇਹਨਾਂ ਵਧਣ ਦੇ ਵੀ ਕੋਈ ਚਾਂਸਸ ਨਹੀਂ ਹੈਗੇ। ਜ਼ੀਰੋ ਨੈਗੇਟਿਵ ਜਿਹੜਾ ਕਰਨ ਦੀ ਗੱਲ ਹੋ ਰਹੀ ਹੈ ਜੀ। 0.25 ਜਿਹੜਾ ਕੈਨੇਡਾ ਸਾਡੇ ਬੈਂਕ ਆਫ ਕੈਨੇਡਾ ਦਾ ਰੇਟ ਆਫ ਇੰਟਰਸਟ ਹੈ, ਉਹਦੇ ਤੇ ਫਿਰ ਬੈਂਕ ਜਿਹੜਾ ਆਪਣਾ ਲਾ ਕੇ ਤੇ ਉਹ ਸਾਨੂੰ 1.5% 2% ਤੇ ਮੌਰਗੇਜ ਦੇ ਰਿਹਾ। ਕਮਰਸ਼ੀਅਲ ਦੇ ਵਿੱਚ ਜਿਹੜਾ ਰੇਟ ਆਫ ਇੰਟਰਸਟ ਉਹ ਵੱਖਰਾ ਹੁੰਦਾ ਜੀ। ਸੋ ਇੱਕ ਤਾਂ ਰੇਟ ਆਫ ਇੰਟਰਸਟ ਕਰਕੇ ਜੀ। ਸੋ 1990 ਤੋਂ ਬਾਅਦ ਫਿਰ ਦੂਜਾ ਜਿਹੜਾ ਇੱਕ ਭੁਚਾਲ ਆਇਆ ਸੀਗਾ ਜੀ, 2009 ਚ ਆਇਆ ਜੀ। ਉਹਦੇ ਵਿੱਚ ਉਹ ਅਮਰੀਕਾ ਦੇ ਵਿੱਚ ਉਹਦਾ ਸਾਨੂੰ ਪਤਾ ਸ਼ਹਿਰਾਂ ਦੇ ਸ਼ਹਿਰ, ਅੱਜ ਵੀ ਉਹ ਸ਼ਹਿਰ ਗੋਸਟ ਟਾਊਨ ਦੇ ਨਾਂ ਨਾਲ ਜਾਣੇ ਜਾਂਦੇ ਨੇ। ਸੋ ਉਹਨਾਂ ਨੂੰ ਘਰਾਂ ਦੇ ਵਿੱਚੋਂ ਚਾਬੀਆਂ ਛੱਡਣੀਆਂ ਪਈਆਂ, ਘਰਾਂ ਚੋਂ ਬਾਹਰ ਨਿਕਲਣਾ ਪਿਆ ਬਿਕਾਜ਼ ਆਫ ਰੇਟ ਆਫ ਇੰਟਰਸਟ, ਜਾਂ ਘਰ ਅਫੋਰਡ ਨਹੀਂ ਸੀ ਹੋ ਪਾ ਰਹੇ ਕਿਉਂਕਿ ਜੌਬਸ ਚਲੀ ਗਈਆਂ ਲੋਕਾਂ ਦੀਆਂ। ਇੱਥੇ ਉਹਨਾਂ ਦਿਨਾਂ ਦੇ ਵਿੱਚ ਭਾਵੇਂ ਵੱਖਰੀ ਗੱਲ ਹੈ ਕਿ ਬੁਖਾਰ ਅਮਰੀਕਾ ਨੂੰ ਹੁੰਦਾ ਤੇ ਸਾਨੂੰ ਛਿੱਕਾਂ ਲੱਗ ਜਾਂਦੀਆਂ ਵਗੈਰਾ ਇਦਾਂ ਦੀਆਂ ਗੱਲਾਂ ਬਣਾਈਆਂ ਗਈਆਂ ਨੇ, ਲੇਕਿਨ ਕਿਉਂਕਿ ਅਸੀਂ ਇੱਕ ਨੇਬਰਿੰਗ, ਦੋਨੋਂ ਇੱਕ ਬੜੇ ਨੇਬਰਿੰਗ ਕੰਟਰੀਜ਼ ਆ ਔਰ ਇੱਕ ਦੂਜੇ ਦੀ ਜਿਹੜੀ ਹੈ ਖੈਰ ਖੁਆਹ ਔਰ ਇੱਕ ਦੂਜੇ ਦੀ ਜਿਹੜੀ ਹੈ ਉਹ ਸਾਡੇ ਤੇ ਅਸਰ ਕਰਦੀ ਹੈ। ਜੇਕਰ ਉੱਥੇ ਕੁਝ ਹੁੰਦਾ ਸਾਨੂੰ ਵੀ ਉਹਦਾ ਅਸਰ ਪੈਂਦਾ, ਡਿਪੈਂਡੈਂਸੀ ਸਾਡੀ ਹੈ। ਤਾਂ ਇੱਥੇ ਥੋੜਾ ਫਰਕ ਪਿਆ ਸੀ ਉਹਨਾਂ ਦਿਨਾਂ 'ਚ। 2009 ਦੇ ਵਿੱਚ ਆਪਾਂ ਰੀਅਲ ਸਟੇਟ ਦੇ ਵਿੱਚ ਹੀ ਸੀਗੇ ਉਸ ਵਕਤ। ਅਸੀਂ ਦੇਖਿਆ ਕਿ ਕੀਮਤਾਂ ਜਿਹੜੀਆਂ ਨੇ ਉਹ ਘਟੀਆਂ, ਲੇਕਿਨ ਫਿਰ ਇੱਕਦਮ ਜਿਹੜਾ ਲੋਕਾਂ ਨੇ ਉਸ ਨੂੰ ਘਰਾਂ ਨੂੰ ਅਫੋਰਡ ਕਰਨਾ ਜਿਹੜਾ ਜੀ ਉਹ ਜਿਵੇਂ ਹੁੰਦਾ ਨਾ, ਜਦੋਂ ਜ਼ਿਆਦਾ ਤੇਜ਼ ਹਵਾ ਚੱਲਦੀ ਹੋਵੇ, ਤੂਫਾਨ ਤੁਹਾਡਾ ਉਹਦੇ 'ਚ ਹੋਵੇ, ਮਰਧਾਰ ਵਿੱਚ ਨਈਆ ਹੋਵੇ, ਤਾਂ ਘੁੱਟ ਕੇ ਫੜ ਕੇ ਬਹਿ ਜਾਓ ਤੇ ਤੁਸੀਂ ਬਚ ਜਾਂਦੇ ਹੋ। ਤਾਂ ਲੋਕ ਦੇ ਹੋਲਡ ਔਨ ਟੂ ਦੇਅਰ ਹਾਊਸਿਸ ਐਂਡ ਪ੍ਰਾਪਰਟੀਜ਼, ਉਹ ਲੋਕ ਬਚ ਗਏ ਜੀ। ਹੁਣ ਆ ਗਏ ਆਪਾਂ ਅੱਜ 2020 ਕੋਵਿਡ 2019। ਵੈਸੇ ਕੋਵਿਡ 2020 ਇਹਦਾ ਨਾਂ ਹੋਣਾ ਚਾਹੀਦਾ, 20 ਨੂੰ ਇਹਨੇ ਜ਼ਿਆਦਾ ਪ੍ਰਭਾਵਿਤ ਕੀਤਾ। ਸੋ ਇਹਨੇ ਗਰੇਵਾਲ ਸਾਹਿਬ ਜਿੱਥੇ ਅਸਰ ਆਪਾਂ ਦੇਖ ਚੁੱਕੇ ਪਾਇਆ, ਉੱਥੇ ਇਹ ਵਾਕਈ ਕ੍ਰੈਸ਼ ਹੋਊਗਾ, ਕੀਮਤਾਂ ਘਟਣਗੀਆਂ। ਦੇਖੋ ਜੀ, ਜਿਹੜਾ ਬੰਦਾ ਤੇ ਇਨਵੈਸਟ ਕਰਨੀ ਚਾਹੁੰਦਾ, ਜਿਹੜਾ ਬਿਜ਼ਨਸ ਪੁਆਇੰਟ ਆਫ View ਤੋਂ ਦੇਖ ਰਿਹਾ, ਉਹਦੇ ਲਈ ਤੇ ਉਹ ਤੇ ਦੇਖ ਰਿਹਾ ਕਿ ਕੀਮਤਾਂ ਘਟਣ ਤੇ ਮੈਂ ਇੱਕਦਮ ਜੰਪ ਕਰਾਂ ਤੇ ਬਾਏ ਲੋ ਸੈਲ ਹਾਈ ਵਾਲੀ ਹੈ ਨਾ ਜੀ ਲੈ ਕੇ ਚੱਲਦਾ। ਪਰ ਜਦੋਂ ਆਪਾਂ ਆਵਾਮ ਦੀ, ਸਾਡੇ ਦਰਸ਼ਕਾਂ ਦੀ, ਸਾਰਿਆਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਘਰ ਲੈਣੇ ਨੇ, ਬੱਚਿਆਂ ਨੇ ਘਰ ਲੈਣੇ, ਆਪਾਂ ਬੱਚਿਆਂ ਦੇ ਲੈਣ ਦੀ ਗੱਲ ਕਰ ਰਹੇ ਸੀ। ਸਾਡੇ ਬੱਚਿਆਂ ਦੇ ਲੈਣ ਵੇਲੇ ਜਦੋਂ ਘਰ ਲੈਣਾ ਪਏਗਾ ਉਹਨਾਂ ਨੂੰ ਬੜਾ ਮੁਸ਼ਕਲ ਹੋ ਜਾਣੀ ਹੈ ਜੀ ਸ਼ਾਇਦ। ਤਾਂ ਉਹਨਾਂ ਦੇ ਲਈ ਇਹ ਹੈ ਕਿ ਫੇਅਰ ਮਾਰਕੀਟ ਚੱਲੇ ਜੀ। ਤਾਂ ਕ੍ਰੈਸ਼ ਹੋਣ ਦੇ ਜਿਹੜੀਆਂ ਨੇ ਰਿਪੋਰਟਸ ਹੈਗੀਆਂ ਨੇ, ਕੁਝ ਇੱਕ ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਸਾਲ 2021 ਦਾ ਜਿਹੜਾ ਸ਼ੁਰੂਆਤੀ ਦੌਰ ਆ ਉਹ ਥੋੜਾ ਲੋ ਜਾਏਗਾ, ਲੇਕਿਨ ਹੌਲੀ ਹੌਲੀ ਜਿਹੜਾ ਇਹਦੇ ਵਿੱਚ ਫਿਰ ਗ੍ਰੈਜੂਅਲ ਇਨਕਰੀਜ਼ ਹੋਏਗੀ। 7 to 10% ਕੁਝ ਜਿਹੜੇ ਰਿਪੋਰਟਸ ਨੇ ਉਹ ਦੱਸ ਰਹੇ ਨੇ ਕਿ ਡਾਊਨ ਹੋਣਗੀਆਂ ਕੀਮਤਾਂ ਪ੍ਰਾਪਰਟੀ ਦੀਆਂ। ਤੇ ਕੁਝ ਜਿਹੜੇ ਨੇ ਇਹਨੂੰ ਆਪਾਂ ਕ੍ਰੈਸ਼ ਵੀ ਨਹੀਂ ਕਹਿ ਸਕਦੇ ਹੁਣ, ਹੈ ਨਾ ਜੀ। ਜੇ ਉਸ ਤੋਂ ਥੱਲੇ ਜਾਂਦੀਆਂ ਨੇ ਕਰੈਕਸ਼ਨ ਕਹਿ ਸਕਦੇ, ਕਰੈਕਸ਼ਨ ਕਹਿ ਸਕਦੇ ਜੀ। ਬਿਲਕੁਲ ਜੀ, ਵੈਰੀ ਰਾਈਟ ਵਰਡ ਠੀਕ ਹੈ। ਹਾਂ, ਜੇ 20-21% ਤੱਕ ਥੱਲੇ ਜਾਂਦੀ ਹੈ ਫਿਰ ਅਸੀਂ ਕਹਿ ਸਕਦੇ ਕਿ ਕ੍ਰੈਸ਼ ਆ। ਪਰ 2021 ਦੇ ਵਿੱਚ CMSC ਦੇ ਦੱਸਣ ਮੁਤਾਬਕ ਜਾਂ ਬਲੂਮਬਰਗ ਦੇ ਦੱਸਣ ਮੁਤਾਬਕ ਜਾਂ ਵੱਖ-ਵੱਖ ਜਿਹੜੇ ਐਸੇ ਅਦਾਰੇ ਨੇ ਉਹ ਕਹਿੰਦੇ ਨੇ ਕਿ 21 ਦੇ ਵਿੱਚ ਇਹ ਬੂਸਟ ਹੋਏਗਾ, 21 ਵਿੱਚ ਥੋੜਾ ਜਿਹਾ ਅੱਗੇ ਜਾਏਗਾ ਜੀ, ਉਹ ਉੱਤੇ ਜਾਣਗੀਆਂ ਕੀਮਤਾਂ। ਸੋ ਕ੍ਰੈਸ਼ ਜਿਹੜਾ ਹੈ ਜੀ ਉਹ ਘਰਾਂ ਦੀਆਂ ਕੀਮਤਾਂ ਦੇ ਵਿੱਚ ਕ੍ਰੈਸ਼ ਹੋਣ ਦੇ ਚਾਂਸਸ ਘੱਟ ਨੇ। ਪਰ ਜੇ ਆਪਾਂ ਹੋਮ ਸੇਲਸ ਤੇ ਹਾਊਸ ਪ੍ਰਾਈਸਿਸ ਦੀ ਗੱਲ ਕਰੀਏ, ਹੋਮ ਸੇਲਸ ਜਿਹੜੀਆਂ ਨੇ ਉਹ ਵੀ ਸਾਨੂੰ ਦੱਸਦਿਆਂ ਬੜੀ ਹੈਰਾਨੀ ਹੋ ਰਹੀ ਹੈ। ਅਸੀਂ ਗਾਹੇ ਵਗਾਹੇ ਦੱਸਦੇ ਵੀ ਰਹਿੰਦੇ ਕਿ ਕੀਮਤਾਂ ਜਿਹੜੀਆਂ ਨੇ ਘਰਾਂ ਦੀਆਂ ਉਹ ਜਿੱਥੇ ਉਹ ਵੀ ਵਧੀਆ ਨੇ, ਉੱਥੇ ਸੇਲਸ ਵੀ ਵਧੀਆ ਜੀ। ਬਿਲਕੁਲ, ਇਹ ਵੱਖਰੀ ਗੱਲ ਹੈ ਕਿ ਸਾਡੇ ਕੋਲ ਮਾਰਕੀਟ ਦੇ ਵਿੱਚ ਜਿਹੜੀਆਂ ਘਰ ਘੱਟ ਨੇ, ਜਿਹੜੇ ਆਏ ਨੇ ਉਹ ਵਿਕੇ ਵੀ ਲਾਈਨਾਂ ਲੱਗ ਕੇ, ਜਾਂ ਵਿਕੇ ਵੀ ਓਵਰ ਆਸਕਿੰਗ ਪ੍ਰਾਈਸ ਵਿਕ ਰਹੇ ਨੇ ਕਈ ਘਰ, ਬਹੁਤ ਜ਼ਿਆਦਾ ਘਰ, ਔਰ ਮਲਟੀਪਲ ਆਫਰਸ ਨਾਲ ਵਿਕ ਰਹੇ ਨੇ ਅੱਜ ਵੀ, ਪੈਂਡੇਮਿਕ ਦੇ ਦੌਰਾਨ ਵੀ। ਸੋ ਬਰਸਟ ਹੁੰਦਾ ਬਬਲ ਜਿਹੜਾ ਜੀ, ਉਹ ਇੱਕਦਮ ਥੱਲੇ ਡਿੱਗਦੀਆਂ ਕੀਮਤਾਂ, ਉਹ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ, ਜਦੋਂ ਇੰਨੇ ਤੱਤੀਆਂ ਹਵਾਵਾਂ ਦੇ ਵਿੱਚ ਇੰਨੇ ਸਖਤ ਜਿਹੜੇ ਕੋਵਿਡ ਵਰਗੇ, ਜਦੋਂ ਕਿ ਜਿੰਦੇ ਲੱਗੇ ਹੋਏ ਸਨ ਲੋਕ, ਮਾਰਚ ਅਪ੍ਰੈਲ ਤੱਕ ਬੰਦ ਸਨ, ਮਈ ਤੱਕ ਥੋੜਾ ਠੰਡਾ ਰਿਹਾ ਮਾਰਕੀਟ, ਲੇਕਿਨ ਜੂਨ ਦੇ ਵਿੱਚ ਆਉਂਦੇ ਸਾਰੀ ਫਿਰ ਉਹੀ ਕੰਮ ਚੱਲ ਰਿਹਾ। ਅੱਜ ਵੀ ਉਸੇ ਰਫ਼ਤਾਰ ਨਾਲ ਚੱਲ ਰਿਹਾ, ਅੱਜ ਵੀ ਪ੍ਰਾਪਰਟੀਆਂ ਨਹੀਂ ਗਈਆਂ। ਸੋ ਕ੍ਰੈਸ਼ ਤਾਂ ਨਹੀਂ, ਪਰ ਕਰੈਕਸ਼ਨ ਜ਼ਰੂਰ ਹੋ ਸਕਦੀ ਹੈ। ਔਰ ਉਸ ਕਰੈਕਸ਼ਨ ਦੇ ਲਈ ਆਪਾਂ ਗੱਲ ਕਰ ਰਹੇ ਸੀ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਨੇ, ਜਿਵੇਂ ਸ਼ੁਰੂ 'ਚ ਮੈਂ ਦੱਸਿਆ ਸੀ ਕਿ ਕੈਨੇਡਾ ਫੈਡਰਲ ਸਰਕਾਰ ਇੱਕਦਮ ਭੱਜੀ ਆਈ 2017 'ਚ, ਅਪ੍ਰੈਲ 2017 ਜਦੋਂ ਫੋਰਨ ਬਾਇਰ ਟੈਕਸ ਇਹ ਉਹ, ਔਰ ਵੈਨਕੂਵਰ ਵਾਲੇ ਪਾਸੇ ਵੀ ਜਿਹਾ ਕੁਝ ਜਿਹੜੇ ਉਪਰਾਲੇ ਕੀਤੇ ਗਏ, ਕੀਮਤਾਂ
ਵੱਧਦੀਆਂ ਕੀਮਤਾਂ ਨੂੰ ਨੱਥ ਪਾਉਣ ਦੇ ਲਈ। ਤਾਂ ਹੁਣ ਉਹਨਾਂ ਟਾਈਮਾਂ ਦੇ ਵਿੱਚ ਇਹਨਾਂ ਨੇ ਇੱਕ ਜਿਹੜੀ ਹੈ ਫੇਅਰ ਹਾਊਸਿੰਗ ਪਲਾਨ, ਆਪਾਂ ਓਨਟਾਰੀਓ ਗਵਰਨਮੈਂਟ ਦੀ ਗੱਲ ਕਰੀਏ, ਉਹ ਪੇਸ਼ ਕੀਤੀ ਕਿ ਜਿਹਦੇ ਵਿੱਚ 16 ਪੁਆਇੰਟ ਨੇ, ਪੁਆਇੰਟ ਕਾਫੀ ਵੱਡੇ ਨੇ ਜਿਹੜੇ ਕਿ ਸਾਡੇ ਦਰਸ਼ਕ ਆਨਲਾਈਨ ਜਾ ਕੇ ਵੀ ਦੇਖ ਸਕਦੇ ਨੇ। ਉਹਦੇ ਵਿੱਚ ਬੇਸਿਕਲੀ ਜਿੱਥੇ ਫੋਰਨ ਬਾਇਰ ਟੈਕਸ ਦੀ ਗੱਲ ਕੀਤੀ ਗਈ ਹੈ, ਜਿੱਥੇ ਇਹਨਾਂ ਵੱਲੋਂ ਜਿਹੜੇ ਜਿਹਨੂੰ ਆਪਾਂ ਨਾਨ ਰੈਜ਼ੀਡੈਂਟ ਸਪੈਕੂਲੇਸ਼ਨ ਟੈਕਸ ਵੀ ਕਹਿ ਦਿੰਦੇ ਹਾਂ, ਉੱਥੇ ਰੈਂਟ ਦੇ ਕੰਟਰੋਲ ਦੀ ਗੱਲ ਹੋਈ ਹੈ। ਉਹਦੇ ਵਿੱਚ ਡਿਵੈਲਪਮੈਂਟਸ ਜਿਹੜੀਆਂ ਨੇ ਉਹਦੀ ਗੱਲ, ਡਿਵੈਲਪਮੈਂਟ ਫੀਸ ਦੀ ਗੱਲ, ਔਰ ਇਸ ਤਰ੍ਹਾਂ ਜਿਹੜੀ ਘਰ ਨੇ ਜੀ ਉਹ ਉੱਥੇ ਬਣਾਉਣ ਦੀ ਗੱਲ ਹੋਈ ਜਿੱਥੇ ਕਿ ਉਹ ਸਸਟੇਨੇਬਲ ਹੋਣ, ਜਿੱਥੇ ਉੱਥੋਂ ਦੀ ਕਮਿਊਨਿਟੀ ਜਿਹੜੀ ਹੈ, ਇਹ ਨਹੀਂ ਕਿ ਕਿਤੇ ਜੰਗਲ 'ਚ ਜਾ ਕੇ ਸਬ ਡਿਵੀਜ਼ਨ ਕੱਟਤੀ ਕਿਸੇ ਸ਼ਹਿਰ ਤੋਂ ਪਰਮਿਸ਼ਨ ਲੈ ਕੇ, ਹੈ ਨਾ ਜੀ, ਜਿਹੜਾ ਕਿ ਹੁੰਦਾ ਰਹਿਣ ਕੋਈ ਜਾਵੇ ਨਾ, ਤੇ ਉੱਥੇ ਫਿਰ ਮਤਲਬ ਉੱਥੇ ਫਿਰ ਰੌਲਾ ਜਿਹੜਾ ਪਾ ਕੇ ਉਹ ਵੇਚ ਵੀ ਦਿੱਤੇ ਅਸੀਂ, ਤੇ ਉੱਥੇ ਰਹਿਣ ਕੋਈ ਜਾਵੇ ਨਾ, ਤਾਂ ਉਹ ਤਾਂ ਗਲਤ ਹੋ ਜਾਏਗਾ ਨਾ ਜੀ। ਸੋ ਗੱਲ ਇਹ ਹੈ ਕਿ ਤੁਹਾਡਾ ਇੱਕ ਮੇਰੇ ਖਿਆਲ ਸਵਾਲ ਸ਼ਾਇਦ ਇਹ ਵੀ ਸੀਗਾ ਕਿ ਫਿਰ ਵੀ ਵਿਕ ਜਾਂਦੇ ਨੇ ਜੀ, ਹੈ ਨਾ ਜੀ। ਔਰ ਇਹ ਦੇਖੋ ਮਾਰਕੀਟਿੰਗ ਦਾ ਜ਼ਮਾਨਾ ਹੈ ਜੀ, ਭਾਵੇਂ ਮੈਂ ਹਾਂ ਰੀਅਲਟਰ, ਤੁਸੀਂ ਹੋ, ਜਾਂ ਸਾਡੇ ਹੋਰ ਬਹੁਤ ਸਾਰੇ ਭੈਣ ਭਰਾ ਰੀਅਲਟਰ ਨੇ ਜਾਂ ਇਸ ਲਾਈਨ ਦੇ ਵਿੱਚ ਨੇ ਜਾਂ ਬਿਲਡਰ ਨੇ, ਉਹਨਾਂ ਦਾ ਕੰਮ ਹੈ ਕਿ ਉਹਨਾਂ ਨੇ ਇਸ ਕਾਰੋਬਾਰ ਨੂੰ, ਉਹਨਾਂ ਨੇ ਜਿੱਥੇ ਇਕਨੋਮੀ ਦੇ ਵਿੱਚ ਬੜਾ ਵੱਡਾ ਹਿੱਸਾ ਪਾ ਰਹੇ ਨੇ, ਉੱਥੇ ਇਸ ਕਾਰੋਬਾਰ ਨੂੰ ਚੱਲਦੇ ਰੱਖਣ ਦੇ ਲਈ ਮਾਰਕੀਟਿੰਗ ਕਰਕੇ, ਐਡਵਰਟਾਈਜ਼ ਕਰਕੇ ਉਹਨਾਂ ਨੇ ਪ੍ਰਾਪਰਟੀਜ਼ ਵੇਚਣੀਆਂ ਹੁੰਦੇ ਨੇ। ਔਰ ਕਿਹਾ ਜਾਂਦਾ ਕਿ ਜੋ ਦਿਖਦਾ ਉਹ ਵਿਕਦਾ। ਜੇਕਰ ਸਾਡੇ ਕੋਲ ਵਧੀਆ ਤੋਂ ਵਧੀਆ ਚੀਜ਼ ਵੀ ਹੋਏਗੀ ਤੇ ਅਸੀਂ ਉਹਦੇ ਬਾਰੇ ਦੱਸਾਂਗੇ ਨਹੀਂ, ਉਹ ਵਿਕੇਗੀ ਕਿਵੇਂ? ਬਿਲਕੁਲ ਇਹ ਚੀਜ਼ ਆਮ ਹੀ ਬਾਹਰ ਸੁਣਨ ਨੂੰ ਮਿਲਦੀ ਹੈ ਵੀ ਜਿਹੜੇ ਨਵੇਂ ਘਰ ਹੁਣ ਬਿਲਡਰਸ ਦੇ ਕੋਲ, ਜਿਵੇਂ ਤੁਸੀਂ ਗੱਲ ਕੀਤੀ ਵੀ ਜੰਗਲ 'ਚ ਘਰ, ਹੁਣ ਬਹੁਤ ਸਾਰੇ ਇਸ ਤਰ੍ਹਾਂ ਦੇ, ਜੇ ਆਪਾਂ GTA ਦੀ ਗੱਲ ਕਰੀਏ, ਥੋੜੇ ਬਾਹਰ ਏਰੀਏ ਨੇ, ਛੋਟੇ ਟਾਊਨਸ ਨੇ ਜਿੱਥੇ ਘਰ ਬਣ ਰਹੇ ਨੇ, ਤੇ ਨੋ ਡਾਊਟ ਕਿਉਂਕਿ ਰੀਅਲਟਰਸ ਵੇਚਦੇ ਨੇ ਉਹਨਾਂ ਨੂੰ, ਤੇ ਉਹਦੀ ਐਡਵਰਟਾਈਜ਼ ਕਰਦੇ ਨੇ ਵੀ ਉੱਥੇ ਘਰ ਲਾਓ, ਤੇ ਬਿਲਡਰਸ ਦੇ ਘਰ ਵੀ ਇਸੇ ਤਰ੍ਹਾਂ ਹੀ ਉੱਥੇ ਲਿਜਾ ਕੇ ਉਹਨਾਂ ਨੂੰ ਵਿਕਵਾਉਂਦੇ ਆ, ਤੇ ਜਿਹੜੇ ਮਲਟੀਪਲ ਆਫਰਸ 'ਚ ਘਰ ਜਾ ਰਹੇ ਨੇ। ਸੋ ਰੀਅਲਟਰਸ ਤੇ ਬੜਾ ਇਹਦੇ ਤੇ ਆ ਰਿਹਾ ਵੀ ਇਹ ਸਾਰਾ ਕੁਝ ਰੀਅਲਟਰਸ ਦੇ ਥਰੂ ਹੋ ਰਿਹਾ। ਹੁਣ ਤੁਸੀਂ ਵੀ ਰੀਅਲਟਰ ਹੋ, ਤੁਸੀਂ ਕੀ ਸਮਝਦੇ ਹੋ, ਵਾਕਈ ਵੱਡਾ ਹੱਥ ਹੈ ਇਹਨਾਂ ਦਾ? ਦੇਖੋ ਜੀ, ਸਾਡੇ ਤੇ ਜਿਵੇਂ ਕਹਿੰਦੇ ਨਾ, ਉਹ ਗਾਜ਼ ਕਿਸ ਤੱਕ ਡਿਗਣੀ ਹੈਗੀ, ਔਰ ਜਿਹੜਾ ਫਰੰਟ ਲਾਈਨ ਵਰਕਰ ਹੋਏਗਾ, ਮੈਂ ਸੈਲੂਟ ਕਰਦਾ ਸਾਡੇ ਸਾਰੇ ਭੈਣ ਭਰਾ ਰੀਅਲਟਰਸ ਨੂੰ, ਜਿਹੜੇ ਕਿ ਅੱਜ ਇਸ ਕੋਵਿਡ ਦੇ ਦੌਰਾਨ ਵੀ ਜਿਨ੍ਹਾਂ ਨੇ ਇੱਕ ਇਨਸਾਨ ਦੀਆਂ ਜਿਹੜੀਆਂ ਮੁੱਢਲੀ ਜਿਹੜੀ ਜ਼ਰੂਰਤ ਹੈ, ਛੱਤ, ਹੈ ਨਾ ਜੀ, ਕੁੱਲੀ ਜੁੱਲੀ ਗੁੱਲੀ ਦੇ ਵਿੱਚ ਜਦੋਂ ਰੋਟੀ ਕੱਪੜਾ ਔਰ ਮਕਾਨ ਦੀ ਗੱਲ ਆਉਂਦੀ ਹੈ, ਤਾਂ ਮਕਾਨ ਦੇ ਲਈ ਸੇਵਾਵਾਂ ਉਹਨਾਂ ਨੂੰ, ਉਹਨਾਂ ਦੇ ਮਤਲਬ ਦਾ ਮਕਾਨ ਲੱਭ ਕੇ ਦੇਣ 'ਚ ਜਾਂ ਉਹਨਾਂ ਦਾ ਵੇਚ ਕੇ ਦੂਜੇ ਮਕਾਨ 'ਚ ਭੇਜਣ 'ਚ ਰੀਅਲਟਰਸ ਦਾ ਬਹੁਤ ਵੱਡਾ ਹੱਥ ਰਿਹਾ। ਸੋ ਉਹਨਾਂ ਨੂੰ ਸਲੂਟ ਹੈ। ਜਿੱਥੇ ਉੱਥੇ ਨਾਲ ਦੀ ਨਾਲ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਨਵੀਂ ਜਗ੍ਹਾ ਦੇ ਉੱਤੇ, ਮਤਲਬ ਜਿਵੇਂ ਦੂਰ ਦਰੇਡੇ ਜੰਗਲਾਂ ਦੇ ਵਿੱਚ ਘਰ, ਹੈ ਨਾ ਜੀ, ਇਹ ਨਾ ਧਰਤੀ ਜਿਹੜੀ ਹੈ ਨਾ ਜੀ, ਖਾਸ ਕਰਕੇ ਕੈਨੇਡਾ ਵਰਗਾ ਸ਼ਹਿਰ ਜਿੱਥੇ ਸਬ ਡਿਵੀਜ਼ਨ ਹੁੰਦੀ ਹੈ ਨਾ ਜੀ ਗਰੇਵਾਲ ਸਾਹਿਬ, ਉੱਥੇ ਨਾਲ ਦੀ ਨਾਲ ਸਾਰੀਆਂ ਫੈਸਿਲਿਟੀਜ਼ ਪਹਿਲਾਂ ਉੱਥੇ ਡਿਵੈਲਪ ਹੋ ਜਾਂਦੀਆਂ ਨੇ, ਪੂਰਾ ਇਨਫਰਾਸਟ੍ਰਕਚਰ ਬਣਾਉਂਦੇ। ਐਗਜ਼ੈਕਟਲੀ। ਸੋ ਮੇਰੇ ਖਿਆਲ ਦੇ ਵਿੱਚ ਇਹਦੇ 'ਚ ਕੋਈ ਗਲਤੀ ਨਹੀਂ ਹੈ, ਕੋਈ ਇਹਦੇ ਚ ਕੋਈ ਗਲਤ ਗੱਲ ਨਹੀਂ ਹੈ ਕਿ ਜੇਕਰ ਥੋੜਾ ਦੂਰੀ ਦੇ ਉੱਤੇ ਕੋਈ ਹੋ ਜਾਂਦਾ ਹੈ। ਤੇ ਅੱਜ ਕੱਲ ਤੇ ਸਗੋਂ ਸਾਡੇ ਲਈ ਤੇ ਮੈਂ ਸਮਝਦਾ ਕਿ ਜਿਹੜੇ ਦੂਰ ਦੂਰ ਜਿਹੜੇ ਆਊਟ ਆਫ GTA ਜਿਹੜੇ ਦੂਰ ਦੂਰ ਘਰ ਸਬ ਡਿਵੀਜ਼ਨ ਬਣ ਰਹੀਆਂ ਨੇ, ਸਬਅਬ ਜਿਹੜੇ ਡਿਵੈਲਪ ਹੋ ਰਹੇ ਨੇ, ਉੱਥੇ ਸਗੋਂ ਇੱਕ ਤਾਂ ਪ੍ਰਾਈਜ਼ਸ ਠੀਕ ਨੇ ਜੀ ਅੱਜ ਦੇ ਦਿਨ, ਅੱਜ ਤੱਕ ਜਦੋਂ ਆਪਾਂ ਹੁਣ ਗੱਲ ਕਰ ਰਹੇ ਹਾਂ, ਤੇ ਦੂਸਰਾ ਕਿਉਂਕਿ ਕੋਵਿਡ ਨੇ ਕੰਮ ਕਰਨ ਦੇ ਤਰੀਕਿਆਂ ਦੇ ਵਿੱਚ ਇੱਕ ਡਿਫਰੈਂਸ ਬਦਲਾ ਲਿਆਂਦਾ, ਜਿਹੜਾ ਕਿ ਰਿਮੋਟ ਵਰਕ ਦੀ ਗੱਲ, ਤੋਂ ਜਿਹੜੇ ਕਾਂਡੋ ਦੀ ਰੈਂਟਲ ਮਾਰਕੀਟ ਡਾਊਨ ਹੋਣ ਦਾ ਕਾਰਨ ਇਹ ਹੈ ਕਿ ਲੋਕ ਉੱਥੋਂ ਰੈਂਟਲ ਉੱਥੋਂ ਨਿਕਲ ਕੇ, ਕਿਉਂਕਿ ਆਫਿਸ ਜਾਣ ਦੀ ਬਜਾਏ 100% ਜਿਹੜਾ ਕੰਮ ਰਿਮੋਟਲੀ ਹੋ ਰਿਹਾ ਹੈ। ਬਿਲਕੁਲ। ਸੋ ਉਹਨਾਂ ਦੇ ਲਈ ਉਹ ਜਿਹੜੇ ਦੂਰ ਦਰੇਡੇ ਜਿਹੜੇ ਸਬ ਡਿਵੀਜ਼ਨ ਨੇ, ਨਵੇਂ ਜਿਹੜੇ ਏਰੀਆ ਨੇ, ਉਹਨਾਂ ਦੇ ਵਿੱਚ ਡਿਵੈਲਪਮੈਂਟ ਜਿਹੜੀ ਉਹ ਬਹੁਤ ਲਾਹੇਵੰਦ ਇਨਵੈਸਟਮੈਂਟ ਹੋ ਸਕਦੀ ਹੈ, ਉੱਥੇ ਜਾ ਕੇ ਰਹਿ ਕੇ ਆਪਣਾ ਕੰਮ ਵੀ ਕੀਤਾ ਜਾ ਸਕਦਾ ਹੈ। ਅੱਛਾ ਨਾਗਰਾ ਸਾਹਿਬ, ਆਲਮੋਸਟ ਆਪਣਾ ਟਾਈਮ ਹੁੰਦਾ ਜਾ ਰਿਹਾ, ਤੇ ਜਾਣ ਤੋਂ ਪਹਿਲਾਂ ਕੀ ਤੁਸੀਂ ਆਪਣੇ ਵੱਲੋਂ ਦਰਸ਼ਕਾਂ ਨੂੰ ਕਹਿਣਾ ਚਾਹੋਗੇ? ਮੈਂ ਇਹੀ ਕਹਾਂਗਾ ਕਿ ਰਿਸਕ ਜਿੱਥੇ ਜਿਹੜੀਆਂ ਹਰ ਇੱਕ ਧੰਦੇ ਦੇ ਵਿੱਚ ਹੁੰਦੀ ਹੈ ਜੀ। ਸੋ ਰੀਅਲ ਸਟੇਟ ਜਿਹੜਾ ਹੈ, ਇਸ ਕਰਕੇ ਇਸ ਦੇ ਵਿੱਚ ਪ੍ਰੋਫੈਸ਼ਨਲ ਦੀ ਤੁਹਾਨੂੰ ਜ਼ਰੂਰਤ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਅਮਾਊਂਟ ਤੁਹਾਡਾ ਸਟੇਕ ਦੇ ਉੱਤੇ ਹੈ ਜੀ। ਇਹ ਨਹੀਂ ਕਿ 50,000 10,000 ਦੀ ਗੱਡੀ ਜਾਂ 20,000 ਦੀ ਕਾਰ ਹੈ, ਇਹ ਤੁਹਾਡਾ $1 ਮਿਲੀਅਨ ਦੀ, ਅਪ ਟੂ $1 ਮਿਲੀਅਨ ਦੀ ਜਿੱਥੇ ਪ੍ਰਾਪਰਟੀ ਹੈ, ਉੱਥੇ ਨਾਲ ਦੀ ਨਾਲ ਉਸ ਨੂੰ ਪੈਸੇ ਨੂੰ ਉਤਾਰਨ ਦੇ ਲਈ ਤੁਹਾਡੀ ਸਾਰੀ ਜ਼ਿੰਦਗੀ, ਇੱਕ ਜਿਹੜੀ ਪੀੜ੍ਹੀ ਦੀ ਜ਼ਿੰਦਗੀ ਲੱਗ ਜਾਂਦੀ ਹੈ ਘਰ ਬਣਾਉਣ ਲਈ। ਇਹਨਾਂ ਮੁਲਕਾਂ 'ਚ ਅਸੀਂ ਦੇਖਿਆ ਜੀ। ਸੋ ਰਿਸਕ ਨੂੰ ਕਾਊਂਟ ਕਰਦੇ ਹੋਏ ਤੁਹਾਨੂੰ ਪ੍ਰੋਫੈਸ਼ਨਲ ਸਰਵਿਸਿਜ਼ ਲੈਣ ਦੀ ਲੋੜ ਹੈ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਆਪਣੇ ਪ੍ਰੋਫੈਸ਼ਨਲ ਰੀਅਲਟਰ ਨਾਲ, ਆਪਣੇ ਮਾਰਗੇਜ ਬ੍ਰੋਕਰ ਨਾਲ, ਆਪਣੇ ਲਾਇਰ ਦੇ ਨਾਲ ਜ਼ਰੂਰ ਸੰਪਰਕ ਕਰੋ, ਔਰ ਤੁਹਾਨੂੰ ਜਿਹੜਾ ਹੈ ਜੀ ਉਹ ਸਹੀ ਸਲਾਹ ਜਿਹੜੀ ਹੈ ਜੀ ਉਹ ਇੱਕ ਪ੍ਰੋਫੈਸ਼ਨਲ ਤੋਂ ਮਿਲ ਸਕਦੀ ਹੈ। ਬਾਕੀ ਯੈਸ,
ਰਿਸਕ ਲੈ ਕੇ ਹੀ ਬੰਦਾ ਅੱਗੇ ਵੱਧਦਾ। ਇਹ ਨਹੀਂ ਕਿ ਅਸੀਂ ਜੇ ਰਿਸਕ ਨੂੰ ਦੇਖਦੇ ਰਹੀਏ ਵੀ ਪਤਾ ਨਹੀਂ ਹੈ ਕੀ ਹੋ ਜਾਣਾ ਹੈ, ਦੁਬਾਰਾ ਕੀਮਤਾਂ ਵੱਧ ਜਾਣੀਆਂ ਘਟ ਜਾਣੀਆਂ ਤੇ ਅਸੀਂ ਉੱਥੇ ਹੀ ਰਹੀਏ ਤੇ ਜਿਹੜੇ ਤੁਹਾਡੇ ਜੇਬ ਦੇ ਵਿੱਚ ਜਿਹੜੇ ਪੈਸੇ ਹੁੰਦੇ ਨੇ ਜਾਂ ਜਿਹੜੇ ਤੁਸੀਂ ਬਚਾ ਕੇ ਕਿਸੇ ਕੰਮ ਦੇ ਲਈ ਰੱਖੇ ਹੁੰਦੇ ਨੇ ਉਹਨਾਂ ਦੇ ਵਿੱਚ ਵਾਧਾ ਨਹੀਂ ਹੋ ਸਕਦਾ ਤੇ ਉਹ ਫਿਰ ਕਿਸੇ ਕੰਮ ਵੀ ਨਹੀਂ ਆਉਂਦੇ ਜਦੋਂ ਇਹੋ ਜਿਹਾ ਕੁਝ ਹੋ ਜਾਂਦਾ। ਸੋ ਬੜੇ ਸਮਝਦਾਰੀ ਦੇ ਨਾਲ ਤੁਸੀਂ ਸਟੈਪ ਲਓ ਔਰ ਜਦੋਂ ਵੀ ਕਦੇ ਤੁਹਾਨੂੰ ਸਾਡੀ ਜ਼ਰੂਰਤ ਹੁੰਦੀ ਹੈ ਤੁਸੀਂ ਸਟਾਰ ਦੇ ਨਾਲ ਸੰਪਰਕ ਕਰ ਸਕਦੇ ਹੋ। ਸਟਾਰ ਟਾਕ ਦੇ ਉੱਤੇ ਗਰੇਵਾਲ ਸਾਹਿਬ ਦੇ ਨਾਲ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਆਪਣੇ ਤੁਹਾਨੂੰ ਕੋਈ ਵੀ ਜਿਹੜੀ ਸਲਾਹ ਸੀ ਉਹ ਬਿਲਕੁਲ ਫ੍ਰੀ ਦੇਵਾਂਗੇ ਜੀ। ਨਾਗਰਾ ਸਾਹਿਬ, ਅੱਜ ਤੁਸੀਂ ਸਟੂਡੀਓ ਵਿੱਚ ਆਏ ਤੇ ਇਹਨੇ ਬੜਬੁੰਡੇ ਵਿਚਾਰ ਰੀਅਲ ਏਸਟੇਟ ਸੰਬੰਧੀ ਆਪਣੇ ਦਰਸ਼ਕਾਂ ਨਾਲ ਸਾਂਝੇ ਕੀਤੇ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ-ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਤੁਸੀਂ ਦੇਖ ਰਹੇ ਸੀ ਸਟਾਰ ਟਾਕ। ਅਗਲੇ ਹਫਤੇ ਫਿਰ ਤੁਹਾਡੇ ਲਈ ਇੱਕ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋਵਾਂਗੇ। ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜ਼ਰੂਰ ਆਪਣੇ ਕਮੈਂਟ ਸਾਡੇ ਤੱਕ ਪਹੁੰਚਾਇਓ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।